ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੇਰੇ ਹਉਮੈ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ, ਸ਼ਬਦ ਸਵਾਰਣ ਹਾਰ ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 35 ਔਰ 36 ਦੇ ਉੱਪਰ ਸੁਭਾਏਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਜੀ ਵੱਲੋਂ ਉਪਦੇਸ਼ ਰੂਪ ਵਜੋਂ ਬਖਸ਼ਿਸ਼ ਕੀਤੇ ਗਏ ਨੇ, ਉਹਨਾਂ ਦੇ ਵਿੱਚ ਮਾਲਕ ਜੀ ਨੇ ਫਿਰ ਮਨ ਨੂੰ ਸੰਬੋਧਨ ਕਰਦਿਆਂ ਚੱਲ ਰਹੀ ਲੜੀ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਪਾਵਨ ਬਚਨ ਅੱਜ ਹੋਰ ਜੋੜਿਆ ਔਰ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਅੱਜ ਫਿਰ ਸਾਡੇ ਮਨਾਂ ਨੂੰ ਸੰਬੋਧਨ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਯਤਨ ਕਰ ਰਹੇ, ਮਨ ਨੂੰ ਸੁਥਰਿਆਂ ਹੋਣ ਦੇ ਲਈ ਪ੍ਰੇਰਿਤ ਕਰ ਰਹੇ ਨੇ।
ਜਿਸ ਮਨ ਨੂੰ ਲੈ ਕੇ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਉਹ ਜਿਹੜਾ ਕਾਲਾ ਸ਼ਾਹ ਹੋ ਚੁੱਕਾ ਮਨ ਹੈ, ਧੰਨ ਗੁਰੂ ਅਮਰਦਾਸ ਜੀ ਅੱਜ ਦੱਸ ਰਹੇ ਵੀ ਇਹਨੂੰ ਮੈਲ ਲੱਗੀ ਕਿਹੜੀ ਹੈ, ਔਰ ਇਹਦੀ ਲੱਗੀ ਹੋਈ ਮੈਲ ਜਿਹੜੀ ਹੈ ਉਹ ਨਿਵਰਤ ਕਿਵੇਂ ਹੋਏਗੀ, ਉਹ ਮੈਲ ਲੱਥੇਗੀ ਕਿਵੇਂ। ਕੇਵਲ ਇਹ ਜਾਣ ਲੈਣਾ ਕਿ ਮੈਲ ਲੱਗੀ ਕਿਹੜੀ ਹੈ ਕਾਫੀ ਨਹੀਂ, ਜਾਂ ਮੈਲ ਲੱਥਣੀ ਕਿਵੇਂ ਹੈ ਕਾਫੀ ਨਹੀਂ, ਜਿੰਨਾ ਚਿਰ ਇਸ ਗੱਲ ਦੀ ਸੋਝੀ ਨਹੀਂ ਹੈ ਕਿ ਮੈਲ ਹੈ ਕਿਹੜੀ। ਸਤਿਗੁਰੂ ਜੀ ਦੀ ਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਮਾਲਕ ਜੀ ਬਾਣੀ ਵਿੱਚ ਕਿ ਜਦਾਂ ਦੀ ਮੈਲ ਹੋਵੇ ਉਸ ਤਰੀਕੇ ਦੇ ਨਾਲ ਮੈਲ ਨੂੰ ਲਾਇਆ ਜਾਂਦਾ ਹੈ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਪੜ੍ਹਿਆ, ਆਪ ਜੀ ਦੀਆਂ ਰਸਨਾਵਾਂ ਤੇ ਬੋਲ ਰਹਿੰਦੇ ਨੇ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ, ਲਈਐ ਉਹ ਧੋਏ। ਜਿੱਦਾਂ ਦੀ ਮੈਲ ਹੈ ਉਦਾਂ ਦਾ ਹੀ ਤਰੀਕਾ ਹੈ ਉਸ ਮੈਲ ਨੂੰ ਲਾਉਣ ਦਾ। ਜੇ ਮਿੱਟੀ ਨਾਲ ਹੱਥ ਪੈਰ ਭਰੇ ਨੇ ਤੇ ਸਾਹਿਬ ਕਹਿੰਦੇ ਪਾਣੀ ਦੀ ਵਰਤੋਂ ਕੀਤੀ ਤੇ ਉਹ ਮਿੱਟੀ ਲਾ ਲਈ ਗਈ। ਫਿਰ ਮੂਤ ਪਲੀਤੀ ਕੱਪੜ ਹੋਏ, ਜੇ ਜਿਹੜਾ ਵਸਤਰ ਹੈ ਉਹ ਮੈਲਾ ਹੋ ਜਾਏ, ਗੰਦਗੀ ਨਾਲ ਮੈਲਾ ਹੋ ਜਾਏ, ਤੇ ਉਹਦੀ ਸਫਾਈ ਕਰਨ ਵਾਸਤੇ, ਉਹਨੂੰ ਸਾਫ਼ ਔਰ ਸੁਥਰੀਆਂ ਕਰਨ ਵਾਸਤੇ ਸਾਹਿਬ ਕਹਿੰਦੇ ਸਾਬੂਨ ਦੀ ਵਰਤੋਂ ਕਰਕੇ ਤੇ ਉਹਨੂੰ ਸੁਥਰਿਆਂ ਕੀਤਾ ਜਾਂਦਾ। ਇਸੇ ਤਰ੍ਹਾਂ ਸਾਡੇ ਮਨਾਂ ਉੱਤੇ ਲੱਗੀ ਹੋਈ ਮੈਲ ਦਾ ਪਹਿਲੋਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਮਨ ਉੱਪਰ ਮੈਲ ਲੱਗੀ ਕੈਸੀ ਹੈ, ਔਰ ਇਸ ਮਨ ਉੱਪਰਲੀ ਲੱਗੀ ਹੋਈ ਮੈਲ ਨੂੰ ਜੇ ਮੈਂ ਉਤਾਰਾਂ ਤੇ ਇਹ ਉਤਰੇਗੀ ਕਿਵੇਂ। ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਦੇ ਨੇ, ਕਹਿੰਦੇ ਇਸ ਗੱਲ ਦਾ ਮਨ ਵਿੱਚੋਂ ਭਰਮ ਸਾਨੂੰ ਕੱਢ ਦੇਣਾ ਚਾਹੀਦਾ ਹੈ ਕਿ ਜੇ ਮਨ ਮੈਲਾ ਹੈ ਤੇ ਅਸੀਂ ਬਾਕੀ ਸਭ ਕੁਝ ਸੁਥਰਾ ਕਰ ਲਾਂਗੇ, ਸਭ ਭਲਾ ਕਰ ਲਾਂਗੇ। ਸਤਿਗੁਰੂ ਕਹਿੰਦੇ ਨਹੀਂ, ਆਪਣੇ ਮਨ ਵਿੱਚੋਂ ਇਹ ਭਰਮ ਕੱਢ ਦੇਈਏ। ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ, ਮਾਲਕ ਆਖਦੇ, ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਕੱਲਾ ਤਨ ਨੂੰ ਧੋ ਲੈਣ ਦੇ ਨਾਲ ਕਦੇ ਮਨ ਸੁਥਰਾ ਨਹੀਂ ਹੋਇਆ। ਜੇ ਮਨ ਸੁਥਰਾ ਕਰਨਾ ਹੈ ਤੇ ਸਤਿਗੁਰੂ ਆਖਦੇ ਵੀ ਫਿਰ ਮਨ ਦਾ ਇਸ਼ਨਾਨ ਕਰਵਾਉਣਾ ਪਏਗਾ, ਮਨ ਫਿਰ ਸੁਥਰਾ ਹੋਏਗਾ। ਔਰ ਖਿਆਲ ਰੱਖੀਏ, ਸਤਿਗੁਰੂ ਬਾਣੀ ਵਿੱਚ ਜ਼ਿਕਰ ਕਰਦਿਆਂ ਸਾਨੂੰ ਸਮਝਾਉਂਦੇ ਨੇ, ਜਿਹੜੀ ਮੱਤ ਪਾਪਾਂ ਨਾਲ ਭਰ ਜਾਏ, ਉਹ ਪਾਪਾਂ ਨਾਲ ਭਰੀ ਹੋਈ ਮੱਤ ਕਦੇ ਸਾਬੂਨ ਤੇ ਪਾਣੀ ਦੀ ਵਰਤੋਂ ਕਰਕੇ ਨਹੀਂ ਸਾਫ਼ ਹੋਈ। ਮੱਤ ਨੂੰ ਸਾਫ਼ ਕਰਨ ਵਾਸਤੇ ਤਰੀਕਾ ਵੀ ਵੈਸਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਇਸ ਲਈ ਸਤਿਗੁਰੂ ਅਮਰਦਾਸ ਪਾਤਸ਼ਾਹ ਅੱਜ ਦੇ ਪਾਵਨ ਬਚਨਾਂ ਰਾਹੀਂ ਪਹਿਲੋਂ ਸਾਨੂੰ ਦੱਸ ਰਹੇ ਕਿ ਸਾਡੇ ਮਨ ਨੂੰ ਮੈਲ ਕਿਹੜੀ ਲੱਗੀ ਹੈ। ਔਰ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਗੁਰੂ ਬਾਬਾ ਜੀ ਨੇ ਬਚਨ ਆਖੇ, ਮਨ ਮੇਰੇ ਹੇ ਮੇਰੇ ਮਨਾ, ਹਉ ਮੈਂ ਮੈਲ ਭਰ ਨਾਲ, ਤੂੰ ਹਰ ਵਕਤ ਹੰਕਾਰ ਦੀ ਮੈਲ ਨਾਲ ਭਰਿਆ ਪਿਆ। ਔਰ ਤੇਰੇ ਮਨ ਅੰਦਰ ਜਿਹੜਾ ਚਾਅ ਨਾ, ਉਹ ਚਾਅ ਹੈ ਪਰਮੇਸ਼ਵਰ ਨੂੰ ਮਿਲਣ ਦਾ। ਮਨ ਭਰਿਆ ਮੈਲ ਨਾਲ ਹੋਇਆ ਤੇ ਕਿਤੇ ਕਿਤੇ ਮਨ ਵਿੱਚ ਤਾਂਘ ਉੱਠਦੀ ਹੈ ਵੀ ਮੈਂ ਰੱਬ ਨੂੰ ਮਿਲ ਜਾਵਾਂ, ਰੱਬ ਨਾਲ ਮਿਲਾਪ ਹੋ ਜਾਏ।
ਹੁਣ ਕੇਵਲ ਤਾਂਗ ਉੱਠ ਜਾਣਾ ਜਾਂ ਅੰਦਰ ਇੱਛਾ ਦਾ ਪੈਦਾ ਹੋ ਜਾਣਾ ਕਾਫੀ ਨਹੀਂ, ਉਹਦੇ ਵਾਸਤੇ ਕੋਈ ਯਤਨ ਵੀ ਤੇ ਕਰਨਾ ਪਏਗਾ, ਤਰੀਕਾ ਵੀ ਤੇ ਵਰਤਣਾ ਪਏਗਾ। ਤੇ ਗੁਰੂ ਸਾਹਿਬ ਫਿਰ ਦੱਸਦੇ, ਕਹਿੰਦੇ ਪਹਿਲੋਂ ਰੱਬ ਬਾਰੇ ਗਿਆਨ ਇਕੱਠਾ ਕਰ, ਰੱਬ ਬਾਰੇ ਸੋਝੀ ਲੈ। ਜਦੋਂ ਰੱਬ ਬਾਰੇ ਸੋਝੀ ਦੀ ਬਾਤ ਆਈ, ਪਹਿਲੋਂ ਗੁਰੂ ਸਾਹਿਬ ਕਹਿੰਦੇ ਮਨ ਮੇਰੇ ਹਉਮੈ ਮੈਲ ਭਰ ਨਾਲ, ਤੂੰ ਹੰਕਾਰ ਦੀ ਮੈਲ ਨਾਲ ਭਰਿਆ ਹੋਇਆ। ਹਰ ਨਿਰਮਲ ਸਦਾ ਸੋਹਣਾ, ਰੱਬ ਸੁਥਰਾ ਹੈ, ਰੱਬ ਸੋਹਣਾ ਹੈ, ਨਿਰਮਲ ਹੈ, ਉਹ ਸਦਾ ਹੀ ਨਿਰਮਲ ਹੈ। ਉਹ ਤੂੰ ਮੈਲ ਨਾਲ ਭਰੇ ਹੈ, ਰੱਬ ਨਿਰਮਲ ਹੈ, ਮੇਲ ਤੇ ਹੈ ਹੀ ਨਹੀਂ ਕਿਤੇ। ਗੰਦਗੀ ਦਾ ਮਿਲਾਪ ਸਦਾ ਗੰਦਗੀ ਨਾਲ ਹੁੰਦਾ ਹੈ, ਕਦੇ ਗੰਦਗੀ ਦਾ ਮੇਲ ਜਿਹੜਾ ਹੈ ਉਹ ਸਫਾਈ ਨਾਲ ਨਹੀਂ ਹੋਇਆ। ਤੇ ਜਿੱਥੇ ਸਫਾਈ ਹੋਵੇ ਉੱਥੇ ਗੰਦਗੀ ਰਹਿੰਦੀ ਨਹੀਂ। ਸਫਾਈ ਤਾਂ ਹੀ ਹੈ ਨਾ ਕਿਉਂਕਿ ਗੰਦਗੀ ਨਹੀਂ ਹੈ। ਜਿੱਥੇ ਗੰਦਗੀ ਆ ਜਾਏ ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਫਾਈ ਬਹੁਤ ਹੈ, ਉੱਥੇ ਤੇ ਦਿਸ ਰਿਹਾ ਵੀ ਗੰਦਗੀ ਖਿਲਰੀ ਹੋਈ। ਉੱਥੇ ਤੇ ਨਜ਼ਰ ਆ ਰਿਹਾ ਹੈ ਕਿ ਹਰ ਪਾਸੇ ਉੱਤੇ, ਹਰ ਪਾਸੇ ਕੀ ਦਿਸ ਰਿਹਾ, ਸਿਰਫ ਖਲੇਰਾ ਹੀ ਖਲੇਰਾ ਨਜ਼ਰ ਆ ਰਿਹਾ, ਮੈਲ ਹੀ ਮੈਲ ਨਜ਼ਰ ਆ ਰਹੀ। ਤੇ ਜਿੱਥੇ ਮੈਲ ਨਜ਼ਰ ਆਵੇ ਉੱਥੇ ਸਫਾਈ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ। ਸਫਾਈ ਉੱਥੇ ਹੀ ਹੈ ਜਿੱਥੇ ਮੈਲ ਨਹੀਂ। ਇਉਂ ਕਹਿ ਸਕਦੇ ਹਾਂ ਜਿਵੇਂ ਦਿਨ ਔਰ ਰਾਤ ਹੈ ਨਾ, ਇਹੋ ਫਰਕ ਮੈਲ ਔਰ ਸਫਾਈ ਦੇ ਅੰਦਰ ਹੈ। ਜਿੱਥੇ ਰਾਤ ਹੈ ਉੱਥੇ ਚਾਨਣ ਨਹੀਂ, ਉੱਥੇ ਦਿਨ ਨਹੀਂ, ਤੇ ਜਿੱਥੇ ਦਿਨ ਹੈ ਉੱਥੇ ਰਾਤ ਨਹੀਂ। ਦੂਸਰੀ ਦਿਸ਼ਾ ਵਿੱਚ ਝਾਤ ਮਾਰਾਂਗੇ ਤੇ ਰਾਤ ਔਰ ਦਿਨ ਦਾ ਫਰਕ ਨਜ਼ਰ ਆਏਗਾ। ਪਰ ਜੇ ਹੁਣ ਅਸੀਂ ਹੁਣ ਦੀ ਬਾਤ ਕਰੀਏ, ਹੁਣ ਇੱਥੇ ਦਿਨ ਚੜ ਚੁੱਕਾ ਹੈ, ਹੁਣ ਇੱਥੇ ਰਾਤ ਦਾ ਸੰਕਲਪ ਜੇ ਅਸੀਂ ਰੱਖੀ ਬੈਠੀਏ ਵੀ ਇੱਥੇ ਤੇ ਰਾਤ ਹੈ ਜੀ, ਕੀ ਮੰਨ ਲਾਂਗੇ? ਕੌਣ ਮੰਨੇਗਾ? ਇੱਕੋ ਸੰਕਲਪ, ਜੇ ਦਿਨ ਹੈ ਤੇ ਫਿਰ ਦਿਨ ਹੀ ਨਜ਼ਰ ਆਏਗਾ, ਤੇ ਜੇ ਰਾਤ ਹੈ ਫਿਰ ਦਿਨ ਨਹੀਂ। ਫਿਰ ਦਿਨ ਦਾ ਸੰਕਲਪ ਤੇ ਰਾਤ ਚਲੇ ਜਾਣ ਤੋਂ ਬਾਅਦ ਵਿੱਚ ਹੈ, ਸੂਰਜ ਦੇ ਚੜ੍ਹਨ ਤੋਂ ਬਾਅਦ ਵਿੱਚ ਹੈ ਦਿਨ ਦਾ ਸੰਕਲਪ। ਸੂਰਜ ਦੇ ਛਿਪ ਜਾਣ ਤੇ ਕਦੇ ਦਿਨ ਦਾ ਸੰਕਲਪ ਨਹੀਂ ਮਨੁੱਖ ਲੈਂਦਾ। ਜਿੱਥੇ ਮੈਲ ਭਰੀ ਹੋਵੇ ਉੱਥੇ ਸਫਾਈ ਦਾ ਸੰਕਲਪ ਕਿਵੇਂ ਮਨੁੱਖ ਲੈ ਲੇਗਾ ਵੀ ਇੱਥੇ ਸਫਾਈ ਪਈ ਹੈ? ਕਿਵੇਂ ਮੰਨ ਲਾਂਗੇ ਅਸੀਂ? ਤੇ ਜਿੱਥੇ ਸਫਾਈ ਹੈ ਉੱਥੇ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਗੰਦਗੀ ਹੈ। ਦੋਵੇਂ ਚੀਜ਼ਾਂ, ਮਨ ਗੰਦਗੀ ਨਾਲ ਭਰਿਆ, ਹਰੀ ਪਰਮੇਸ਼ਵਰ ਨਿਰਮਲਤਾਈ ਦੇ ਨਾਲ ਭਰੇ ਹੋਏ ਨੇ, ਉਹ ਨਿਰਮਲ ਨੇ, ਉਹਨਾਂ ਵਰਗਾ ਨਿਰਮਲ ਕੋਈ ਨਹੀਂ। ਤੇ ਜਿਹੜਾ ਮੈਲ ਨਾਲ ਭਰਿਆ ਹੋਇਆ ਮਨ ਹੈ, ਇਸ ਮਨ ਨੇ ਉਹ ਨਿਰਮਲ ਪਰਮੇਸ਼ਵਰ ਨੂੰ ਮਿਲਣਾ ਹੈ। ਜ਼ਰੂਰਤ ਹੈ ਮਨ ਨੂੰ ਨਿਰਮਲ ਕਰਨ ਦੀ। ਇਹੋ ਕਾਰਨ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਬਚਨ ਜਦੋਂ ਬਖਸ਼ਿਸ਼ ਕੀਤੇ ਤੇ ਮਾਲਕ ਕਹਿੰਦੇ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਪਹਿਲੋਂ ਦੱਸਿਆ ਜੇ ਚਿੱਤ ਨਿਰਮਲ ਨਹੀਂ ਤੇ ਬਾਹਰੀ ਨਿਰਮਲਤਾ ਹੀ ਕੀ ਕਹਿ ਰਹੀ ਹੈ। ਫਿਰ ਅਗਲੀ ਪੌੜੀ 'ਚ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ। ਸਦਾ ਰਹੈ ਗੁਰ ਨਾਲੇ। ਇਸੇ ਮੈਲੇ ਮਨ ਨੇ
ਪਰਮੇਸ਼ਵਰ ਦਾ ਮਿਲਾਪ ਲੋਚ ਰਿਹਾ ਜਾਂ ਪਰਮੇਸ਼ਵਰ ਦਾ ਮਿਲਾਪ ਲੈਣਾ ਹੈ, ਉਹ ਹਮੇਸ਼ਾ ਹੀ ਗੁਰੂ ਦੇ ਨਾਲ ਰਹਿੰਦੇ ਨੇ, ਜਿਹੜੇ ਜੀ ਕਰਕੇ ਨਿਰਮਲ, ਚਿੱਤ ਕਰਕੇ ਨਿਰਮਲ ਹੋ ਗਏ। ਤੇ ਅੱਜ ਸਾਡੇ ਮਨਾਂ ਨੂੰ ਹੀ ਨਿਰਮਲ ਕਰਨ ਦਾ ਸਤਿਗੁਰੂ ਤਰੀਕਾ ਦੱਸਦੇ। ਪਹਿਲੋਂ ਤੇ ਕਹਿੰਦੇ ਹਉਮੈ ਦੇ ਮੈਲ ਨਾਲ ਮਨਾ ਤੂੰ ਭਰਿਆ ਪਿਆ, ਤੇ ਚੇਤਾ ਰੱਖੀ ਅਕਾਲ ਪੁਰਖ ਪਰਮੇਸ਼ਵਰ ਨਿਰਮਲਤਾਈ ਦਾ ਪ੍ਰਤੀਕ ਹੈ। ਉਹ ਪ੍ਰਭੂ ਜੀ ਨਿਰਮਲ ਨੇ, ਉਹ ਪਰਮੇਸ਼ਵਰ ਨਿਰਮਲਤਾਈ ਦਾ ਖਜ਼ਾਨਾ ਨੇ। ਤੇ ਉਹ ਜਿਹੜਾ ਪਰਮੇਸ਼ਵਰ ਨਿਰਮਲਤਾਈ ਦਾ ਖਜ਼ਾਨਾ ਨੇ ਨਾ, ਮਨਾ ਚੇਤਾ ਰੱਖੀ ਜਿੱਦਣ ਨਿਰਮਲ ਹੋਏਗਾ ਮਿਲਾਪ ਵੀ ਉਦਣ ਹੀ ਹੈ, ਉਦੋਂ ਬਿਨਾ ਮੇਲ ਨਹੀਂ, ਉਦੋਂ ਬਿਨਾ ਮਿਲਾਪ ਨਹੀਂ ਹੈ। ਫਿਰ ਸਤਿਗੁਰੂ ਦੱਸਦੇ ਹੁਣ ਮਨ ਨੂੰ ਨਿਰਮਲ ਕਰਨਾ ਕਿਵੇਂ ਹੈ। ਆਖਿਆ ਹਰ ਨਿਰਮਲ ਸਦਾ ਸੋਹਣਾ। ਰੱਬ ਜੀ ਬਹੁਤ ਸੁੰਦਰ ਨੇ, ਬੜੇ ਸੋਹਣੇ ਨੇ, ਨਿਰਮਲ ਨੇ। ਤੇ ਮਨਾ ਤੂੰ ਕਿਵੇਂ ਸਵਰੇਂਗਾ, ਤੂੰ ਨਿਰਮਲਤਾ ਕਿਵੇਂ ਹਾਸਲ ਕਰੇਂਗਾ। ਆਖਦੇ ਫਿਰ ਸ਼ਬਦ ਸਵਾਰਨਹਾਰ, ਗੁਰੂ ਕਾ ਸ਼ਬਦ ਹੈ ਮਨਾ ਜਿਹੜਾ ਤੈਨੂੰ ਨਿਰਮਲ ਕਰੇਗਾ। गुरु की विचारधारा, गुरु का उपदेश, गुरु का ज्ञान मना तेरी मैल लाएगा। इसे लई सतगुरु जी बाणी विच एक लफ्ज बड़ा प्यारा वरतदे। हुण जिहड़ा मैल नाल भरिया होया मन है, ते जदों निर्मल करन दी वारी आई ते सतगुरु जी पता की आखदे, रामदास सरोवर नाते सब उतरे पाप कमाते, निर्मल होए कर इशनाना। आ तरीका ਨਿਰਮਲਤਾਈ ਦਾ, ਮਨ ਦੀ ਨਿਰਮਲਤਾਈ ਦਾ। ਸਰੀਰ ਦੀ ਨਿਰਮਲਤਾਈ ਵਾਸਤੇ ਸਾਡੇ ਕੋਲ ਬਹੁਤ ਜ਼ਰੀਏ ਨੇ, ਬੜੇ ਤਰੀਕੇ ਸਾਡੇ ਕੋਲ ਕਾਇਆ ਦੀ ਨਿਰਮਲਤਾਈ ਵਾਸਤੇ। ਪਰ ਇੱਕ ਗੱਲ ਆਪਣੇ ਹਿਰਦਿਆਂ 'ਚ ਪੱਕੀ ਕਰ ਲਈਏ, ਮਨ ਦੀ ਨਿਰਮਲਤਾਈ ਦਾ ਤਰੀਕਾ ਇੱਕੋ ਹੀ ਹੈ। ਮਨ ਦੀ ਨਿਰਮਲਤਾਈ ਦਾ ਤਰੀਕਾ, ਢੰਗ, ਜ਼ਰੀਆ ਇੱਕੋ ਹੀ ਹੈ। ਉਹਦੇ ਲਈ ਜਰੀਏ ਵੱਖਰੇ ਵੱਖਰੇ ਨਹੀਂ ਹੋਣਗੇ। ਅਸੀਂ ਸਰੀਰ ਕਰਕੇ ਜੇ ਸਫਾਈ ਕਰਨੀ, ਕਾਇਆ ਕਰਕੇ ਮੈਲ ਲਾਉਣੀ, ਸਾਡੇ ਕੋਲ ਜ਼ਰੀਏ ਬਹੁਤ ਨੇ। ਪਰ ਇੱਕ ਖਿਆਲ ਰੱਖਿਓ, ਸਰੀਰ ਕਰਕੇ ਮੈਲ ਲਾਉਣ ਲਈ ਵੀ ਪਾਣੀ ਦੀ ਵਰਤੋਂ ਤੇ ਕਰਨੀ ਪੈਣੀ ਹੈ, ਜ਼ਰੀਆ ਕੋਈ ਵਰਤ ਲਈ। ਪਾਣੀ ਦੀ ਵਰਤੋਂ ਤੋਂ ਬਿਨਾਂ ਮੈਲ ਕਿਵੇਂ ਲਾ ਲਾਂਗੇ। ਹਾਂ, ਇਹ ਹੋ ਸਕਦਾ ਹੈ ਕਿ ਪਾਣੀ ਦਾ ਸੋਮਾ ਅਸੀਂ ਕੋਈ ਹੋਰ ਵਰਤ ਲਈਏ, ਨਦੀ ਦਾ ਪਾਣੀ ਵਰਤ ਲਈਏ, ਸਰੋਵਰ ਦਾ ਪਾਣੀ ਵਰਤ ਲਈਏ, ਸਮੁੰਦਰ ਦਾ ਪਾਣੀ ਵਰਤ, ਦਰਿਆ ਦਾ ਪਾਣੀ ਵਰਤ ਲਈਏ। ਹੋ ਸਕਦਾ ਧਰਤੀ ਹੇਠਲਾ ਪਾਣੀ ਵਰਤ ਲਈਏ। ਵਰਤਾਂਗੇ ਤੇ ਪਾਣੀ ਹੋਈ ਨਾ, ਸੋਮਾ ਕੋਈ ਹੋ ਸਕਦਾ ਹੈ, ਪਰ ਵਰਤਿਆ ਪਾਣੀਓ ਹੀ ਜਾਏਗਾ। ਪਾਣੀ ਤੋਂ ਬਿਨਾਂ ਮੈਲ ਕਿਵੇਂ ਲੱਥੇਗੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਮਨ ਨੂੰ ਸਫਾਈ ਕਰਨ, ਮਨ ਨੂੰ ਸੁਥਰਾ ਕਰਨ ਵਾਸਤੇ ਜਿਹੜਾ ਜ਼ਰੀਆ ਉਹ ਦੱਸਿਆ। ਕਹਿੰਦੇ ਇੱਕ ਸ਼ਬਦ ਹੀ ਹੈ। ਜਿਵੇਂ ਸਰੀਰ ਦੀ ਮੈਲ ਅਸੀਂ ਕਿਵੇਂ ਮਰਜ਼ੀ ਕਰ ਲਈਏ, ਯਤਨ ਜਿਹੜਾ ਮਰਜ਼ੀ ਕਰ ਲਈਏ, ਕੋਈ ਸਾਬਣ ਦੀ ਵਰਤੋਂ ਕਰ ਲਈ, ਕੋਈ ਸਰਫ ਦੀ ਵਰਤੋਂ ਕਰ ਲਈ, ਕੋਈ ਕਿਸੇ ਹੋਰ ਪ੍ਰੋਡਕਟ ਦੀ ਵਰਤੋਂ ਕਰ ਲਈ, ਇੱਥੋਂ ਤੱਕ ਜਦੋਂ ਪੁਰਾਤਨ ਸਮਿਆਂ ਦੀ ਬਾਤ ਕਰਾਂਗੇ ਤੇ ਸਰੀਰਾਂ ਉੱਪਰਲੀ ਮੈਲ ਲਾਉਣ ਵਾਸਤੇ ਮਿੱਟੀ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਮਿੱਟੀ ਨਾਲ ਆਪਣੇ ਸਰੀਰ ਨੂੰ ਰਗੜ ਕੇ ਉੱਤੋਂ ਮੈਲ ਨੂੰ, ਪਰ ਵਰਤਿਆ ਫਿਰ ਪਾਣੀਓ ਹੀ ਜਾਣਾ। ਮਨ ਦੀ ਮੈਲ ਕੇਵਲ ਬਾਣੀ ਨਹੀਂ ਲਾਉਣੀ, ਜਿਹੜਾ ਮਰਜ਼ੀ ਤਰੀਕਾ ਵਰਤ ਲਈ। ਹੋ ਸਕਦਾ ਹੈ ਕਿ ਅਸੀਂ ਮਨ ਦੀ ਮੈਲ ਨੂੰ ਲਾਉਣ ਵਾਸਤੇ ਤਰੀਕਾ, ਢੰਗ ਕੋਈ ਵਰਤਣਾ ਚਾਹੀਏ, ਪਰ ਜਿਵੇਂ ਸਰੀਰ ਦੀ ਮੈਲ ਲਾਉਣ ਵਾਸਤੇ ਪਾਣੀ ਦੀ ਵਰਤੋਂ ਕਰਨੀ ਪਈ,
ਉਸੇ ਤਰ੍ਹਾਂ ਮਨ ਦੀ ਮੈਲ ਲਾਉਣ ਵਾਸਤੇ ਬਾਣੀ ਦੀ ਵਰਤੋਂ ਹੋਵੇਗੀ, ਸ਼ਬਦ ਦੀ ਵਰਤੋਂ ਹੋਏਗੀ। ਸ਼ਬਦ ਤੋਂ ਬਿਨਾਂ ਮਨ ਦੀ ਮੈਲ ਨਹੀਂ ਜੇ ਲੱਥਣੀ। ਔਰ ਸਤਿਗੁਰੂ ਜੀ ਨੇ ਅੱਜ ਹਉਮੈ ਨਾਲ ਭਰੇ ਹੋਏ ਮਨ ਨੂੰ, ਜਿਹੜਾ ਹਉਮੈ ਦੀ ਮੈਲ ਨਾਲ ਭਰ ਚੁੱਕਾ, ਇੱਥੋਂ ਤੱਕ ਕਹਿ ਸਕਦੇ ਆ ਕਿ ਇੰਨਾ ਕੁ ਗੰਧਲਾ ਔਰ ਇੰਨਾ ਕੁ ਮੈਲਾ ਹੋ ਚੁੱਕਾ ਹੈ ਵੀ ਹੁਣ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਇਹਨੇ ਕਦੇ ਸੁਥਰਾ ਆਉਣਾ। ਉਮੀਦ ਵੀ ਛੱਡ ਦਿੱਤੀ ਗਈ। ਇੱਕ ਨਾ ਬੜਾ ਪਿਆਰਾ ਬੋਲ ਹੈ ਕਿਸੇ ਭਲੇ ਪੁਰਸ਼ ਦੇ, ਜਿੱਥੇ ਜ਼ਿਕਰ ਕਰਦੇ ਆ ਉਹ ਆਖਦੇ ਵੀ ਮੇਰੇ ਕੋਲ ਸਾਬਣ ਤੇ ਥੋੜਾ ਜਿਹਾ ਹੈ ਤੇ ਚਾਦਰ ਬੜੀ ਮੈਲੀ, ਤੇ ਜਦੋਂ ਮੈਂ ਚਾਦਰ ਨੂੰ ਵੇਖਦਾ ਨਾ ਉਦੋਂ ਵੇਖ ਕੇ ਤੇ ਮੇਰਾ ਰੋਣ ਨਿਕਲਦਾ ਵੀ ਮੈਂ ਧੋਣਾ ਕਿਵੇਂ, ਕਿਉਂਕਿ ਸਾਬਣ ਥੋੜਾ ਹੈ, ਚਾਦਰ ਮੈਲੀ ਹੈ। ਨਿਤਾਂ ਪ੍ਰਤੀ ਮਨ ਵਿੱਚ ਵਿਚਾਰ ਉੱਠਦੀ ਹੈ ਕਿ ਇਹਨੂੰ ਧੋਵਾਂ ਕਿਵੇਂ। ਔਰ ਉਹਨੂੰ ਕੇਵਲ ਬਾਹਰੀ ਸੰਸਾਰਕ ਤੌਰ ਤੇ ਨਾ ਅਸੀਂ ਸਮਝੀਏ, ਸਾਡੇ ਕੋਲ ਅਭਿਆਸ ਥੋੜਾ ਹੈ, ਜਿੰਨੇ ਸਫਾਈ ਕਰਨੀ ਉਹ ਥੋੜਾ ਹੈ, ਪਰ ਸਾਡੇ ਮਨ ਰੂਪੀ ਚਾਦਰ ਦੀ ਮੈਲ ਬਹੁਤ ਹੈ। ਔਰ ਜਦੋਂ ਵੀ ਝਾਤ ਮਾਰਦੇ ਆ ਉਦੋਂ ਸਿਰਫ ਇਹੋ ਨਜ਼ਰ ਆਉਂਦਾ ਹੈ, ਚਾਦਰ ਮੈਲੀ ਸਾਬਣ ਥੋੜਾ, ਇਹੋ ਨਜ਼ਰ ਆਉਂਦਾ। ਜਿਹਨੂੰ ਸਤਿਗੁਰੂ ਜੀ ਨੇ ਕਹਿੰਦਾ ਸੇਵਾ ਥੋੜੀ ਮੰਗਣ ਬਹੁਤਾ, ਹੈ ਤੇ ਥੋੜਾ ਜਿਹਾ ਹੀ ਸਾਡੇ ਕੋਲ, ਪਰ ਮਾਲਕ ਜੀ ਕਹਿੰਦੇ ਹੁਣ ਜਦੋਂ ਝਾਤ ਮਾਰਦਾ, ਜਦੋਂ ਵੇਖਦਾ ਆ ਆਪਣੇ ਮਨ ਦੀ ਗੰਦਗੀ ਨੂੰ, ਜਦੋਂ ਵੇਖਦਾ ਆ ਤੇ ਫਿਰ ਇੱਕ ਨਾ ਮਨ ਦੀ ਗੰਦਗੀ ਨੂੰ ਵੇਖ ਕੇ ਤੇ ਅੰਦਰ ਨਿਰਾਸ਼ਤਾ ਪੈਦਾ ਹੋ ਜਾਂਦੀ। ਭਾਈ ਗੁਰਦਾਸ ਜੀ ਦਾ ਜ਼ਿਕਰ ਬੜਾ ਪਿਆਰਾ। ਪਰ ਜਦੋਂ ਸਤਿਗੁਰੂ ਦੇ ਉਪਕਾਰੀ ਸੁਭਾਅ ਨੂੰ ਵੇਖਦਾ, ਫਿਰ ਮਨ ਅੰਦਰ ਇੱਕ ਇੱਛਾ ਪੈਦਾ ਹੋ ਜਾਂਦੀ ਵੀ ਗੁਰੂ ਹੈ, ਬਖਸ਼ ਲਏਗਾ। ਮਨ ਦੀ ਮੈਲ ਨੂੰ ਵੇਖਦਾ, ਆਪਣੇ ਕਰਮਾਂ ਨੂੰ ਵੇਖਦਾ ਤੇ ਨਜ਼ਰ ਆਉਂਦਾ ਵੀ ਮੇਰਾ ਕੋਈ ਪਾਰ ਉਤਾਰਾ ਨਹੀਂ। ਪਰ ਜਦੋਂ ਉਹ ਦੀਨ ਦਿਆਲ ਨੂੰ ਵੇਖਦਾ, ਫਿਰ ਨਜ਼ਰ ਆਉਂਦਾ ਵੀ ਹੋ ਸਕਦਾ ਰੱਬ ਮਿਹਰ ਕਰ ਦੇ, ਬਦਲਿਆ ਜਾ ਸਕਦਾ। ਇਹੋ ਕਾਰਨ ਹੈ ਅੱਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਉਪਦੇਸ਼ ਜੋ ਦਿੱਤਾ, ਠੀਕ ਹੈ ਮਨ ਮੈਲਾ ਹੈ, ਪਰ ਅਸੀਂ ਨਿਰਾਸ਼ਤਾ ਵਿੱਚ ਬੈਠ ਕੇ ਅਤੇ ਉਦਮ ਕਰਨਾ ਹੀ ਤਿਆਗ ਦਈਏ, ਛੱਡ ਦਈਏ ਕਿ ਅਸੀਂ ਮਨ ਹੁਣ ਸਾਫ਼ ਕਰ ਹੀ ਨਹੀਂ ਸਕਦੇ। ਮਾਲਕ ਕਹਿੰਦੇ ਨਹੀਂ, ਤੂੰ ਸ਼ਬਦ ਦਾ ਸਹਾਰਾ ਲੈ। ਜੇ ਕਿਤੇ ਸ਼ਬਦ ਦਾ ਸਹਾਰਾ ਲੈ ਕੇ ਤੈਨੂੰ ਆਪਣਾ ਆਪਾ ਸਵਾਰਨ ਦੀ ਜਾਚ ਆ ਗਈ ਨਾ, ਤੇ ਫਿਰ ਆਹੀ ਤਰੀਕਾ ਹੈ ਜਿਹੜਾ ਗੰਦਲਿਆਂ ਤੋਂ ਗੰਦਲੇ ਮਨਾਂ ਨੂੰ ਵੀ ਸਵਾਰ ਦਿੰਦਾ ਹੈ, ਜਿਹੜਾ ਗੰਦੇ ਤੋਂ ਗੰਦੀ ਵਿਚਾਰਧਾਰਾ ਤੱਕ ਨੂੰ ਬਦਲ ਦਿੰਦਾ ਹੈ। ਜੇ ਕਿਤੇ ਗੁਰੂ ਕੀ ਵਿਚਾਰਧਾਰਾ ਜ਼ਿੰਦਗੀ 'ਚ ਲੈ ਲਈ ਤੇ ਤੇਰਾ ਮਨ ਸੁਥਰਾ ਹੋ ਜਾਏਗਾ। ਸਫਾਈ ਕਰਤੇ ਸਹੀ, ਯਤਨ ਤੇ ਕਰ। ਤੇ ਫਿਰ ਇੱਕ ਇਹ ਵੀ ਖਿਆਲ ਰੱਖੀਏ, ਗੰਦੇ ਵਸਤਰ ਨੂੰ ਧੋਣ ਲੱਗਿਆਂ ਧੋਣ ਵਾਲਾ ਮਨੁੱਖ ਕਦੇ ਵੀ ਮੈਲ ਤੋਂ ਡਰਿਆ ਨਹੀਂ ਕਰਦਾ। ਜਿਨ੍ਹਾਂ ਨੂੰ ਮਨ ਵਿੱਚ ਇੱਛਾ ਹੋਵੇ ਨਾ ਵੀ ਮੈਂ ਵਸਤਰ ਸਾਫ਼ ਕਰਕੇ ਪਾਉਣਾ, ਤੇ ਉਹ ਸਾਫ਼ ਕਰਕੇ ਪਾਉਣ ਵਾਲੀ ਇੱਛਾ ਰੱਖਣ ਵਾਲੇ ਮੈਲ ਤੋਂ ਡਰਿਆ ਨਹੀਂ ਕਰਦੇ, ਸਗੋਂ ਚਾਅ ਦੇ ਨਾਲ ਸਫਾਈ ਕਰਦੇ ਵੀ ਮੈਲ ਛੇਤੀ ਨਿਕਲ ਜਾਏ। ਕਿਉਂਕਿ ਅਕਸਰ ਨਾ ਇਹ ਸਵਾਲ ਬੜਾ ਵੱਡਾ ਜੀ, ਅਸੀਂ ਜਦੋਂ ਵੀ ਬੰਦਗੀ ਵਿੱਚ ਬੈਠਦੇ ਹਾਂ, ਬਾਣੀ ਪੜ੍ਹਨ ਲੱਗਦੇ ਹਾਂ, ਸਿਮਰਨ ਵਿੱਚ ਬੈਠਦੇ ਹਾਂ, ਇਕਾਗਰ ਹੋ ਕੇ ਬੈਠਣ ਦੀ ਕੋਸ਼ਿਸ਼ ਕਰਦੇ ਤੇ ਸਾਡੇ ਮਨ ਵਿੱਚ ਗੰਦੇ ਗੰਦੇ ਖਿਆਲ ਆਉਣ ਲੱਗ ਜਾਂਦੇ। ਅਕਸਰ ਇਹ ਸਵਾਲ ਸਾਡੇ ਮਨਾਂ ਦਾ ਰਹਿ ਜਾਂਦਾ ਹੈ। ਜਿਵੇਂ ਵਸਤਰ ਧੋਣ ਵਾਲਾ ਮੈਲ ਤੋਂ ਡਰਦਾ ਨਹੀਂ, ਉਹਨੂੰ ਪਤਾ ਮੈਂ ਸਾਬਣ ਲਾਇਆ ਤੇ ਇਹਦੇ ਚੋਂ ਮੈਲ
ਨਿਕਲਣੀ ਹੈ, ਉਹਨੂੰ ਪਤਾ ਹੈ। ਤੇ ਉਹ ਸਗੋਂ ਜ਼ੋਰ ਜ਼ੋਰ ਦੇ ਨਾਲ ਹੋਰ ਉਸ ਵਸਤਰ ਨੂੰ ਰਗੜਦਾ ਹੈ ਵੀ ਇਹਦੇ ਚੋਂ ਮੈਲ ਸਾਰੀ ਨਿਕਲ ਜਾਏ ਤੇ ਐਨ ਸੁਥਰਾ ਹੋ ਜਾਏ, ਮੇਰੇ ਪਾਉਣ ਲਾਇਕ। ਇਸੇ ਤਰ੍ਹਾਂ ਹੀ ਕਰਦੇ ਆ। ਕੱਪੜੇ ਨੂੰ ਸਾਬਣ ਲਾ ਲਾ ਕੇ, ਪਾਣੀ ਪਾ ਪਾ ਕੇ, ਬਰਸ਼ ਮਾਰ ਮਾਰ ਕੇ ਉਹਨੂੰ ਜਿਉਂ ਰਗੜਨ ਲੱਗੀਦਾ ਵੀ ਇਹ ਸਾਫ਼ ਹੋ ਜਾਏ ਤੇ ਮੇਰੇ ਪਾਉਣ ਦੇ ਕਾਬਿਲ ਬਣ ਜਾਏ, ਲਾਇਕ ਬਣ ਜਾਏ। ਜੇ ਉੱਥੇ ਸਾਡੀ ਸੋਚ ਇਹ ਹੈ ਵੀ ਮੈਲ ਦਿਸ ਰਹੀ ਹੈ ਪਰ ਸਾਫ਼ ਹੁੰਦੀ ਨਜ਼ਰ ਆ ਰਹੀ, ਫਿਰ ਮਨ ਵਾਲੇ ਪਾਸੇ ਅਸੀਂ ਇਹ ਕਿਉਂ ਨਹੀਂ ਸੋਚਦੇ ਵੀ ਮੈਂ ਬੈਠਾ ਬਾਣੀ ਪੜਨ ਲੱਗਾ, ਮੈਂ ਬੈਠਾ ਰੱਬ ਦੀ ਬੰਦਗੀ ਕਰਨ ਲੱਗਾ, ਮੈਂ ਬੈਠ ਕੇ ਰੱਬ ਨੂੰ ਚੇਤੇ ਕਰਨ ਲੱਗਾ, ਬਸ ਇਉਂ ਮੰਨ ਲਈਏ ਉਹ ਸਾਬਣ ਹੀ ਹੈ, ਉਹ ਪਾਣੀਓ ਹੀ ਹੈ ਜਿੰਨੇ ਹੁਣ ਮੇਰੇ ਮਨ ਦੀ ਮੈਲ ਨੂੰ ਲਾਉਣਾ, ਤੇ ਮੈਂ ਮੈਲ ਵੇਖ ਕੇ ਡਰ ਕਿਉਂ ਜਾਵਾਂ। ਅਕਸਰ ਅਸੀਂ ਕਹਿ ਦਿੰਦੇ ਹਾਂ ਜੀ ਬੁਰੇ ਖਿਆਲ ਆਉਣ ਲੱਗ ਜਾਂਦੇ ਤੇ ਫਿਰ ਅਸੀਂ ਛੱਡ ਦਈਦਾ, ਫਿਰ ਅਸੀਂ ਉੱਠ ਖੜੋਨੇ ਆ ਵੀ ਮਨ ਤੇ ਟਿਕਦਾ ਨਹੀਂ। ਮੈਲ ਦਾ ਲੱਥਣਾ ਲਾਜ਼ਮੀ ਹੈ ਜੇ ਸਾਬਣ ਲੱਗ ਰਿਹਾ ਤੇ, ਮੈਲ ਦਾ ਲੱਥਣਾ ਲਾਜ਼ਮੀ ਹੈ ਜੇ ਅਸੀਂ ਸੱਚਮੁੱਚ ਇਕਾਗਰਤਾ ਚਾਹੁੰਦੇ ਆ, ਤਾਂ ਜੋ ਉਹ ਮਨ ਦੀ ਮੈਲ ਲੱਥ ਲੱਥ ਉਦੋਂ ਛੱਡਣਾ ਨਹੀਂ, ਉਦੋਂ ਸਗੋਂ ਹੋਰ ਜ਼ੋਰ ਦੀ ਰਗੜੀਏ, ਮਨ ਸੁਥਰਾ ਹੋ ਜਾਏ ਤਾਂ ਜੋ ਰੱਬ ਦੇ ਮਿਲਾਪ ਦਾ ਪਾਤਰ ਬਣ ਜਾਏ। ਉਦੋਂ ਛੱਡਣਾ ਥੋੜੀ ਹੈ। ਔਰ ਅਸੀਂ ਉਸ ਵਕਤ ਛੱਡ ਕੇ ਪਾਸੇ ਜੀ ਮਨ ਤੇ ਟਿਕਿਆ ਨਹੀਂ। ਜੇ ਟੇਕੀ ਗਿਆ ਤੇ ਰਹਿ ਕੀ ਗਿਆ, ਟਿਕਾਉਣਾ ਤੇ ਹੈ। ਜੇ ਮਨ ਟਿਕ ਹੀ ਗਿਆ ਤੇ ਫਿਰ ਬਾਕੀ ਕੀ ਰਹਿ ਗਿਆ? ਫਿਰ ਤੇ ਸਾਰੀ ਖੇਡ ਹੀ ਬਣ ਗਈ। ਮਨ ਟਿਕ ਗਿਆ, ਇੱਕ ਥਾਂ ਉੱਤੇ ਖੜ ਗਿਆ, ਇਹਨੇ ਤੇ ਰੱਬ ਨੂੰ ਹਾਸਲ ਕਰ ਲਿਆ। ਇਹ ਨਹੀਂ ਦੌੜਦਾ, ਇਹ ਨਹੀਂ ਜਿਹੜਾ ਦੌੜਦਾ ਹੀ ਨਹੀਂ, ਭੱਜਦਾ ਹੀ ਨਹੀਂ, ਉਹਨੂੰ ਟਿਕਾਉਣ ਦਾ ਯਤਨ ਕੀ ਕੀਤਾ ਜਾਣਾ? ਟਿਕਾਉਣਾ ਤੇ ਉਸੇ ਨੂੰ ਹੀ ਹੈ ਨਾ ਜਿਹੜਾ ਦੌੜਦਾ ਤੇ ਭੱਜਦਾ। ਹੁਣ ਜਿਹੜਾ ਸਾਨੂੰ ਪਤਾ ਵੀ ਨਾ ਇਹ ਦੌੜ ਸਕਦਾ ਨਾ ਭੱਜ, ਕਦੇ ਵੀ ਲੱਤਾਂ ਤੋਂ ਸਖਣੇ ਬੰਦੇ ਨੂੰ ਕਿਸੇ ਨੇ ਬੰਨ੍ਹ ਕੇ ਰੱਖਿਆ? ਲੱਤਾਂ ਵਾਲਾ ਹੀ ਬੰਨ੍ਹ ਕੇ ਰੱਖਣਾ ਪੈਂਦਾ ਹੈ। ਕਿਉਂ? ਕਿਉਂਕਿ ਇਹ ਗੱਲ ਜਾਣਦੇ ਨੇ, ਸਾਰੇ ਜਾਣਦੇ ਵੀ ਇਹਦੇ ਕੋਲ ਲੱਤਾਂ ਹੈ ਨਹੀਂ। ਜੇ ਇਹਨੇ ਬਾਹਰ ਜਾਣਾ ਤੇ ਸਾਡੀ ਸਹਾਇਤਾ ਤੋਂ ਬਿਨਾਂ ਜਾ ਨਹੀਂ ਸਕਦਾ, ਇਸ ਲਈ ਉਹਨੂੰ ਬੰਨਣ ਦੀ ਲੋੜ ਹੀ ਨਹੀਂ ਪਈ। ਤੇ ਜਿਹੜਾ ਲੱਤਾਂ ਵਾਲਾ ਹੈ ਉਹਨੂੰ ਬੰਨ੍ਹ ਕੇ ਰੱਖਣਾ ਪੈਂਦਾ ਵੀ ਕਿਤੇ ਦੌੜ ਨਾ ਜਾਏ। ਤੇ ਜਿਹੜਾ ਮਨ ਟਿਕ ਹੀ ਗਿਆ ਉਹਨੂੰ ਬੰਨ੍ਹ ਕੇ ਰੱਖਣ ਦੀ ਕੀ ਲੋੜ ਹੈ, ਜਾਂ ਉਹਨੂੰ ਟਿਕਾਉਣ ਦੀ ਕੀ ਲੋੜ ਹੈ? ਉਹ ਤੇ ਟਿਕਿਆ ਹੋਇਆ। ਜਿਹੜਾ ਦੌੜਦਾ ਟਿਕਾਉਣਾ ਤੇ ਉਸੇ ਨੂੰ ਹੀ ਹੈ। ਤੇ ਬਾਣੀ ਸਾਡੇ ਮਨ ਨੂੰ ਟਿਕਾਉਣ ਵਾਸਤੇ ਹੈ। ਰੱਬ ਜੀ ਦਾ ਸਿਮਰਨ, ਰੱਬ ਜੀ ਦੀ ਬੰਦਗੀ ਸਾਡੇ ਮਨਾਂ ਨੂੰ ਟਿਕਾਉਣ ਵਾਸਤੇ ਹੈ। ਜਿਹੜਾ ਮਨ ਟਿਕ ਗਿਆ ਉਹ ਤੇ ਪਰਮੇਸ਼ਵਰ ਨਾਲ ਮਿਲ ਗਿਆ, ਤੇ ਜਿਹੜਾ ਮਨ ਸੁਥਰਾ ਹੋ ਗਿਆ ਉਹ ਤੇ ਰੱਬ ਜੀ ਨੂੰ ਮਿਲਾਪ ਰੱਬ ਜੀ ਦਾ ਹਾਸਲ ਕਰ ਗਿਆ। ਜਿਹੜਾ ਗੰਦਲਾ ਮਨ ਹੈ ਨਾ, ਇਹਨੂੰ ਹੀ ਸੁਥਰਾ ਕਰਕੇ ਰੱਬ ਨਾਲ ਮਿਲਾਉਣਾ ਹੈ। ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਅੱਜ ਆਖਦੇ ਸ਼ਬਦ ਸਵਾਰਨਹਾਰ, ਗੁਰੂ ਕਾ ਉਪਦੇਸ਼, ਗੁਰੂ ਕੀ ਵਿਚਾਰਧਾਰਾ ਹੈ ਜਿਹੜੀ ਤੈਨੂੰ ਸਵਾਰਦੀ ਹੈ, ਮਨਾ ਉਹਦੇ ਨਾਲ ਸਵਰੇਗਾ। ਫਿਰ ਉਹ ਹਰੀ ਪਰਮਾਤਮਾ ਹਰ ਨਿਰਮਲ ਸਦਾ ਸੋਹਣਾ, ਜਿਹੜਾ ਨਿਰਮਲ ਤੇ ਸੋਹਣਾ ਹੈ, ਫਿਰ ਕਿਤੇ ਜਾ ਕੇ ਉਹਦਾ ਮੇਲ ਤੈਨੂੰ ਹੋਵੇਗਾ। ਆਪਣਾ ਭਉ ਤਿਨ ਪਾਇਓ ਨ, ਜਿਨ ਗੁਰ ਕਾ ਸ਼ਬਦ ਵਿਚਾਰ। ਸਤ ਸੰਗਤੀ ਸਦਾ ਮਿਲ ਰਹੇ, ਸੱਚੇ ਕੇ ਗੁਣ ਸਾਰ। ਦੁਬਿਧਾ ਮੈਲ ਚੁਕਾਈਨ, ਹਰ ਰਾਖਿਆ ਉਰ ਤਾਰ। ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਪਿਆਰ। ਪਹਿਲੇ ਪਦੇ ਦੀ ਆਰੰਭਤਾ ਕੀਤੀ ਸਾਹਿਬ ਨੇ। ਮਾਲਕ ਜੀ ਕਹਿੰਦੇ ਆਪਣਾ ਭਉ ਤਿੰਨ ਪਾਇਓਨ। ਰੱਬ ਜੀ ਨੇ ਆਪਣਾ ਨਿਰਮਲ ਭਉ ਉਹਨਾਂ ਨੂੰ ਦਿੱਤਾ ਹੈ
जिन गुर का शब्द विचार, जिन्हां ने गुरु के शब्द नूं विचारिया। डर दो तरह का है, एक निर्मल भाव ते एक दूसरा डर। निर्मल भाव जिहड़ा इह सदा प्रेम पैदा करदा है, प्यार पैदा करदा। ते जिहड़ा दूसरा डर है वह प्रेम हमेशा खत्म करदा, अंदर खौफ भरदा। जिहड़ा मां बाप दे प्रति डर है ना, उन्होंने निर्मल भाव कहा जाता। ते वह मां बाप दे प्रति डर नहीं पैदा करदा, प्रेम पैदा करदा, उन्होंने निर्मल भाव कहते। ते रब जी दे प्रति असी डर नहीं पैदा करना भी मैं रब तो डर डर के ते रब तो ही पासे हो के, रब दे प्रति निर्मल भाव ही पैदा करना कि रब नाल प्रेम वधे, ना कि डर करके दूरी वधे। गुरु अमरदास साहब कहंदे उन्हां नूं निर्मल भाव जी रब जी देंदे ने, किन्हां नूं? जिन गुर का शब्द विचार। अक्सर जदों बालक अजे होश नहीं संभालदा, बच्चे वालों होश नहीं संभाली गई, अजे उन्हों दुनियादारी का बहुता ज्ञान नहीं, मां बाप वालों उन्हों झिड़किया जाए, डांटिया जाए, ਉਹਦੇ मन ਵਿੱਚ एक ख्याल आ जाता भी नहीं ये तो मैनू डराउंदे ही नहीं। ते हो सकता है उस झिड़क करके, उस डांट करके बच्चे दे मन अंदर ख्यालात बुरे आ जान, और आउंदे भी ने, इहदे च कोई अतकथनी नहीं। आपां सारिਆਂ ने उस समा हंडाया है, आउंदे भी ने। फिर एक परसन ऐसा आउंदा है जिहड़ा आके समझाउंदा है, जां जे पिता वल्लों झिड़किया गया तो मां ने समझाया, मां वल्लों झिड़किया गया तो पिता ने समझाया भी वो तेरा माड़ा नहीं सोचते, तेरा भला लोचते ने। इहो एक शख्स, जां जे मां बाप दोनों वल्लों झिड़किया गया, फिर कोई होर वड्डा भैन भरा आके समझाएगा भी वो तेरा माड़ा नहीं चाहुंदे, वो चंगा चाहुंदे ने तेरा। जे ते उन्हों ना समझाया, फिर उहदे अंदर पैदा हुई विचार हो सकता है उन्हों मां ते पिता दे प्रेम तो बहुत दूर ले जाए। नहीं समझाउण वाला मिलिया, ते जे समझाउण वाला मिल जाए फिर दूरियां वधणगियां नहीं, सगों नेड़ता वधेगी, दूरियां घटणगियां, प्रेम वधेगा। इसे तरह आ उपदेश जो धन गुरु अमरदास साहब दे रहे, मालक जी कहते जे ते भाई तू इस गल नूं समझ ले, गुरु की विचारधारा लैके कि परमेश्वर जो करदा तेरे भले लई करदा, फिर ते प्रेम वधेगा। ते जे तू ये समझ ले नहीं रब मेरा ही माड़ा करदा, दुनिया सारी दा ही चंगा करी जांदा, फिर वधेगा नहीं, सगों प्रेम घटेगा, क्योंकि एक खौफ, एक डर पैदा हो गया। ते जिहड़ी गुरु की विचारधारा, गुरु वो शख्सियत है, गुरु वो शख्स है जिन्हें आके दसना है सज्जणा रब जी तेरा माड़ा नहीं लोचदे, वो तेरा भला ही लोचदे ने। जिन्हां ने आके दसना है कि परमेश्वर जो करदा है वो भला करदा है, वो माड़ा नहीं करदे। जे ते मनुख उदों इस गल नूं समझ जाए, गुरु की दित्ती विचारधारा नूं समझ जाए, ते समा पैण उत्ते पता भी लग जाए कि वाकई परमेश्वर मेरा भला लोचदे ने, फिर की हुंदा? प्रेम वध जांदा, दूरियां घट जांदियां, नेड़ता वध जांदी है। सतगुरु कहंदे निर्मल भाव पैदा ही उन्हां दे अंदर हुंदा है जिहड़े गुरु की विचारधारा नूं अपना लैंदे ने। जिन्हां ने गुरु के उपदेश नूं अपना लिया
ਉਹਨਾਂ ਦੇ ਅੰਦਰ ਨਿਰਮਲ ਭਾਉ ਪੈਦਾ ਹੋਇਆ। ਫਿਰ ਕਹਿੰਦੇ ਸਤ ਸੰਗਤੀ ਸਦਾ ਮਿਲ ਰਹੇ। ਫਿਰ ਉਹ ਇਹ ਨਹੀਂ ਕਹਿੰਦੇ ਮੈਂ ਨਹੀਂ ਉਹਨਾਂ ਕੋਲ ਬੈਠਣਾ ਜਾਂ ਮੈਂ ਨਹੀਂ ਉਸ ਨੂੰ ਚੇਤੇ ਕਰਨਾ। ਉਹ ਕੀ ਕਰਦੇ ਨੇ? ਸਤ ਸੰਗਤ 'ਚ ਮਿਲ ਮਿਲ ਕੇ ਬੈਠਦੇ ਨੇ ਔਰ ਨਿਤਾ ਪ੍ਰਤੀ ਸੱਚੇ ਕੇ ਗੁਣਸਾਰ ਰੱਬ ਜੀ ਦੇ ਗੁਣਾਂ ਨੂੰ ਸੰਭਾਲਦੇ ਨੇ। ਜਿਵੇਂ ਜੇ ਤੇ ਵਿਚਾਰ ਇਹ ਪੈਦਾ ਹੋ ਗਈ ਵੀ ਮਾਂ ਬਾਪ ਮੇਰਾ ਭਲਾ ਨਹੀਂ ਲੋਚਦੇ, ਫਿਰ ਹੋ ਸਕਦਾ ਉਹ ਅਪਸ਼ਬਦਾਵਲੀ ਵੀ ਵਰਤੇ, ਹੋਰ ਕਈ ਕੁਛ ਆਪਣੀ ਜ਼ੁਬਾਨ ਤੋਂ ਵਰਤੇ। ਤੇ ਜੇ ਸਮਝ ਲੱਗ ਜਾਏ ਉਹ ਮੇਰਾ ਭਲਾ ਲੋਚਦੇ ਨੇ, ਮੇਰਾ ਮਾੜਾ ਨਹੀਂ ਲੋਚਦੇ, ਫਿਰ ਉਹ ਮਾਂ ਬਾਪ ਤੋਂ ਦੂਰ ਥੋੜੀ ਬਹਿੰਦਾ, ਉਹਨਾਂ ਦੇ ਕੋਲੇ ਉਹ ਬਹਿੰਦਾ ਵੀ ਮੈਨੂੰ ਪ੍ਰੇਮ ਕਰਦੇ ਨੇ, ਮੇਰਾ ਭਲਾ ਲੋਚਦੇ ਨੇ। ਬਸ ਇਸੇ ਤਰ੍ਹਾਂ ਜੇ ਤੇ ਰੱਬ ਦੇ ਪ੍ਰਤੀ ਇਹ ਵਿਚਾਰ ਅੰਦਰ ਬਣ ਜਾਏ, ਰੱਬ ਭਲਾ ਹੀ ਚਾਹੁੰਦੇ ਨੇ, ਫਿਰ ਉਹ ਜਿਹਦੇ ਅੰਦਰ ਬਣੀ ਹੈ ਨਾ ਵਿਚਾਰ, ਸਾਹਿਬ ਕਹਿੰਦੇ ਉਹ ਰੱਬ ਤੋਂ ਦੂਰੀ ਪਾ ਕੇ ਨਹੀਂ ਬਹਿੰਦਾ, ਉਹ ਰੱਬ ਜੀ ਦੇ ਨਜ਼ਦੀਕ ਹੋ ਰੱਬ ਦੇ ਪਿਆਰਿਆਂ ਵਿੱਚ ਜਾ ਜਾ ਕੇ ਬੈਠਦਾ। ਤੇ ਉੱਥੇ ਬਹਿ ਕੇ ਨਾ ਰੱਬ ਜੀ ਨੂੰ ਉਲਾਮੇ ਨਹੀਂ ਦਿੰਦਾ, ਰੱਬ ਜੀ ਦੇ ਗੁਣਾਂ ਦੀ ਸੰਭਾਲ ਕਰਦਾ। ਸਾਰ ਦਾ ਮਤਲਬ ਸੰਭਾਲ ਕਰਨੀ। ਸਤ ਸੰਗਤ ਵਿੱਚ ਬੈਠ ਕੇ ਰੱਬ ਜੀ ਦੇ ਗੁਣਾਂ ਨੂੰ ਗਾਇਨ ਕਰਨਾ। ਫਿਰ ਉਹ ਰੱਬ ਦੇ ਗੁਣਾਂ ਨੂੰ ਗਾਉਂਦਾ ਹੈ। ਫਿਰ ਜਦੋਂ ਰੱਬ ਜੀ ਦੇ ਗੁਣ ਗਾਉਂਦਾ ਹੈ, ਹੌਲੀ ਹੌਲੀ ਕੀ ਹੁੰਦਾ? ਦੁਬਿਧਾ ਮੈਲ ਚੁਕਾਈ ਅਨ, ਜਿਹੜੀ ਦੁਚਿੱਤੀ ਦੀ ਮੈਲ ਸੀ ਉਹ ਵੀ ਖਤਮ ਹੋ ਗਈ। ਜਿਵੇਂ ਪਹਿਲੋਂ ਜ਼ਿਕਰ ਕੀਤਾ, ਸਰੀਰਕ ਮੈਲ ਕੈਸੀ ਮਰਜ਼ੀ ਹੋਏ, ਜੇ ਵੱਧ ਗੰਦਲੀ ਸੀ ਤੇ ਪਾਣੀ ਦੀ ਵਰਤੋਂ ਦੇ ਨਾਲ ਨਾਲ ਸਾਬਣ ਵੀ ਵਰਤਣਾ ਪਿਆ, ਪਰ ਪਾਣੀ ਦੀ ਵਰਤੋਂ ਤੋਂ ਬਿਨਾਂ ਮੈਲ ਨਹੀਂ ਲੱਥਣੀ। ਇਸੇ ਤਰ੍ਹਾਂ ਚਾਹੇ ਦੁਬਿਧਾ ਦੀ ਮੈਲ ਹੈ, ਚਾਹੇ ਈਰਖਾ ਦੀ ਮੈਲ ਹੈ, ਚਾਹੇ ਦੁਚਿੱਤੀ ਦੀ ਮੈਲ ਹੈ, ਚਾਹੇ ਹਉਮੈ ਦੀ ਹੈ, ਕਾਮ ਦੀ ਹੈ, ਕ੍ਰੋਧ ਦੀ ਹੈ, ਮੋਹ ਦੀ ਹੈ, ਲੋਭ ਦੀ ਹੈ, ਨਿੰਦਿਆ ਦੀ ਹੈ, ਕਿਸੇ ਵੀ ਤਰ੍ਹਾਂ ਦੀ ਮੈਲ ਹੈ, ਜਿੱਦਾਂ ਦੀ ਮੈਲ ਹੈ ਉਦਾਂ ਦੀ ਹੀ ਸਫਾਈ ਕਰਨੀ ਪੈਣੀ। ਪਰ ਜਿਵੇਂ ਸਾਬਣ ਤੋਂ ਅਗਾਂਹ ਹੋਰ ਕਈ ਕੁਝ ਵਰਤਣਾ ਪਿਆ ਮੈਲ ਦੇ ਅਨੁਸਾਰੀ, ਉਸੇ ਤਰ੍ਹਾਂ ਪਰ ਨਾਲ ਪਾਣੀ ਵੀ ਵਰਤਣਾ ਪਿਆ। ਮਾਲਕ ਜੀ ਕਹਿੰਦੇ ਸੱਜਣਾ ਖਿਆਲ ਰੱਖ, ਦੁਬਿਧਾ ਦੀ ਮੈਲ ਅਲੱਗ ਤਰੀਕੇ, ਅਹੰਕਾਰ ਦੀ ਮੈਲ ਅਲੱਗ ਤਰੀਕੇ, ਪਰ ਇਹ ਨਾ ਸੋਚੀ ਕਿ ਸ਼ਬਦ ਤੋਂ ਬਿਨਾਂ ਗੁਜ਼ਾਰਾ ਹੋ ਜਾਏਗਾ। ਹਰ ਮੈਲ ਲਾਉਣ ਵਾਸਤੇ ਸ਼ਬਦ ਦੀ ਵਰਤੋਂ ਤੇ ਕਰਨੀ ਪੈਣੀ। ਸ਼ਬਦ ਮਤਲਬ ਗੁਰੂ ਕੀ ਵਿਚਾਰਧਾਰਾ, ਗੁਰੂ ਕੀ ਵਿਚਾਰਧਾਰਾ ਦੀ ਵਰਤੋਂ ਤੇ ਕਰਨੀ ਪਏਗੀ। ਉਹਦੇ ਤੋਂ ਬਿਨਾਂ ਨਾ ਦੁਬਿਧਾ ਦੀ ਮੈਲ ਲੱਥਣੀ, ਨਾ ਤੇਰੀ ਨਿੰਦਿਆ ਦੀ ਮੈਲ ਲੱਥਣੀ, ਨਾ ਈਰਖਾ ਦੀ ਮੈਲ ਲੱਥੇਗੀ, ਨਾ ਹੰਕਾਰ ਦੀ ਮੈਲ ਲੱਥਣੀ ਹੈ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਕਿਸੇ ਵੀ ਤੇਰੀ ਮੈਲ ਨੇ ਨਹੀਂ ਉਹ ਲੱਥਣਾ ਜਿੰਨਾ ਚਿਰ ਗੁਰੂ ਕੀ ਵਿਚਾਰਧਾਰਾ ਦੀ ਵਰਤੋਂ ਤੂੰ ਨਹੀਂ ਕਰਦਾ। ਦੁਬਿਧਾ ਮੈਲ ਚੁਕਾਏ ਅਨ, ਹਰ ਰਾਖਿਆ ਉਰ ਧਾਰ। ਰੱਬ ਜੀ ਹਿਰਦੇ ਚ ਆ ਕੇ ਟਿਕ ਗਏ, ਕਿਉਂਕਿ ਸਫਾਈ ਹੋ ਗਈ ਨਾ। ਅਕਸਰ ਸਿਆਣਿਆਂ ਵੱਲੋਂ ਇੱਕ ਮੁਹਾਵਰਾ ਵਰਤਿਆ ਜਾਂਦਾ ਹੈ, ਜਹਾਂ ਸਫਾਈ ਤਹਾਂ ਖੁਦਾਈ। ਤੇ ਜੇ ਅੰਦਰ ਸਾਫ਼ ਹੋਏਗਾ ਤੇ ਅੰਦਰ ਖੁਦਾ ਆਏਗਾ ਨਾ। ਜੇ ਬਾਹਰੀ ਤੌਰ ਤੇ ਅਸੀਂ ਇਹ ਗੱਲ ਮੰਨਦੇ ਆ ਵੀ ਜਿੱਥੇ ਸਫਾਈ ਹੈ ਉੱਥੇ ਖੁਦਾ ਹੈ, ਉੱਥੇ ਖੁਦਾ ਦੀ ਬਰਕਤ ਹੈ, ਤੇ ਜੇ ਅੰਦਰ ਸਾਡੇ ਕੋਲ ਗੰਦਗੀ ਹੋਏਗੀ, ਨਾ ਖੁਦਾ ਤੇ ਨਾ ਖੁਦਾ ਦੀ ਬਰਕਤ। ਜੇ ਖੁਦਾ ਤੇ ਖੁਦਾ ਕੀ ਰਹਿਮਤ ਚਾਹੀਦੀ ਹੈ, ਫਿਰ ਆਪਣਾ ਅੰਦਰ ਵੀ ਸਾਫ਼ ਕਰਨਾ ਪਏਗਾ। ਦੁਬਿਧਾ ਮੈਲ ਚੁਕਾਈ ਅਨ, ਹਰ ਰਾਖਿਆ ਉਰ ਧਾਰ। ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਪਿਆਰ। ਮੈਲ ਖਤਮ ਹੋ ਗਈ ਕਦੇ ਨਾਲ? ਸੱਚੀ ਬਾਣੀ ਦੇ ਨਾਲ। ਸੱਚੀ ਬਾਣੀ ਸਦਕਾ ਕੀ ਹੋਇਆ? ਸੱਚ ਮਨ, ਮਨ ਵਿੱਚ ਵੀ ਸੱਚ ਆ ਗਿਆ। ਸੱਚੇ ਨਾਲ ਪਿਆਰ, ਤੇ ਪਿਆਰ ਵੀ ਉਸ ਸੱਚੇ ਨਾਲ ਬਣ ਗਿਆ। ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲਏ ਮਿਲਾਏ। ਅਨ ਦਿਨ ਨਾਮੇ ਰਤਿਆ, ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਜਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨ ਆਏ। ਦੂਸਰੇ ਪਦੇ ਵਿੱਚ ਸਾਹਿਬ ਨੇ ਜ਼ਿਕਰ ਕੀਤਾ, ਸੱਚਾ ਸ਼ਬਦ ਮਨ ਮੋਹਿਆ।
ਮਨ ਮੋਹਿਆ ਗਿਆ ਸੱਚੇ ਸ਼ਬਦ ਸਦਕਾ, ਮਨ ਦਾ ਮੋਹਿਤ ਹੋ ਜਾਣਾ। ਜਦੋਂ ਮਨ ਮੋਹਿਆ ਗਿਆ ਸੱਚੇ ਸ਼ਬਦ ਨਾਲ, ਤੇ ਕੀ ਹੋਇਆ? ਹੁਣ ਜਿਸ ਵੱਲ ਮੋਹਿਆ ਜਾਏ ਮਨ, ਉਹਦੇ ਮਿਲਾਪ ਨੂੰ ਲੋਚਦਾ ਹੈ। ਧੰਨ ਗੁਰੂ ਅਰਜਨ ਸਾਹਿਬ ਨੂੰ ਪੜ੍ਹੋ। ਮਾਲਕ ਜੀ ਜ਼ਿਕਰ ਕਰਦੇ ਆਖਦੇ, ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਜਦੋਂ ਅੰਦਰ ਲੋਚਾ ਪੈਦਾ ਹੋਏਗੀ ਨਾ, ਤੇ ਚੇਤੇ ਰੱਖਿਓ ਫਿਰ ਹਰ ਯਤਨ ਮਿਲਾਪ ਦਾ ਹੀ ਕੀਤਾ ਜਾਏਗਾ। ਜਦੋਂ ਅੰਦਰ ਲੋਚਾ ਪੈਦਾ ਹੋਏਗੀ, ਕਿਸੇ ਨੂੰ ਮਿਲਣ ਦੀ ਤਾਂਘ ਦਾ ਪੈਦਾ ਹੋ ਜਾਣਾ, ਫਿਰ ਕੋਸ਼ਿਸ਼ ਕੀ ਹੋਏਗੀ? ਹਰ ਕੋਸ਼ਿਸ਼, ਹਰ ਯਤਨ ਉਹਦੇ ਮਿਲਾਪ ਲਈ ਕੀਤਾ ਜਾਏਗਾ। ਜਦੋਂ ਸੱਚੇ ਸ਼ਬਦ ਨਾਲ ਮਨ ਅੰਦਰ ਲੋਚਾ ਪੈਦਾ ਹੋ ਗਈ, ਕਾਦੀ? ਮਨ ਮੋਹਿਆ ਰੱਬ ਜੀ ਦੇ ਵੱਲ ਆਕਰਸ਼ਿਤ ਹੋ ਗਿਆ ਮਨ। ਜਦੋਂ ਮਨ ਰੱਬ ਜੀ ਵੱਲ ਆਕਰਸ਼ਿਤ ਹੋਇਆ ਨਾ, ਸਤਿਗੁਰੂ ਕੀ ਆਖਦੇ? ਪ੍ਰਭ ਆਪੇ ਲਏ ਮਿਲਾਏ। ਰੱਬ ਜੀ ਫਿਰ ਆਪ ਮਿਲਾਪ ਬਖਸ਼ ਦਿੰਦੇ, ਵੀ ਹੁਣ ਇਹ ਚਾਹੁੰਦਾ ਹੈ ਮਿਲਾਪ ਨੂੰ, ਮੇਲ ਨੂੰ ਲੋਚਦਾ, ਤੇ ਉਹ ਆਪ ਮਿਲਾਪ ਕਰਦਾ। ਫਿਰ ਸਤਿਗੁਰੂ ਕਹਿੰਦੇ, ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤ ਹੈ ਨਾ ਜਾਏ। ਉਹ ਫਿਰ ਕਦੇ ਵਿਛੜਦੇ ਨਹੀਂ। ਜਿਨ੍ਹਾਂ ਨੂੰ ਰੱਬ ਆਪ ਮੇਲ ਬਖਸ਼ੇ। ਸੱਚਾ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲਏ ਮਿਲਾਏ। ਫਿਰ ਅਨ ਦਿਨ ਨਾਮੇ ਰਤਿਆ, ਦਿਨ ਰਾਤ ਨਾਮ ਵਿੱਚ ਰਤੇ ਗਏ। ਜੋਤੀ ਜੋਤ ਸਮਾਏ, ਰੱਬ ਜੀ ਦੇ ਵਿੱਚ ਸਮਾ ਗਏ। ਰੱਬ ਜੀ ਦੀ ਜੋਤ ਅੰਦਰ ਜੋਤ ਸਮਾ ਗਈ। ਮਤਲਬ ਜਿੱਦਾਂ ਦੀ ਵਿਚਾਰਧਾਰਾ ਗੁਰੂ ਨੇ ਦਿੱਤੀ, ਜਿੱਦਾਂ ਦੀ ਵਿਚਾਰਧਾਰਾ ਪਰਮੇਸ਼ਵਰ ਦੀ ਸੀ, ਉਦਾਂ ਦੀ ਉਹ ਵਿਚਾਰਧਾਰਾ ਸਾਡੀ ਬਣ ਗਈ। ਤੇ ਉਹ ਕੀ ਹੋ ਗਿਆ? ਜੋਤ ਇੱਕ ਹੋ ਗਈ, ਸੋਚ ਇੱਕ ਹੋ ਗਈ। ਜੋਤੀ ਹੂੰ ਪ੍ਰਭ ਜਾਪਦਾ। ਫਿਰ ਉਸੇ ਸਦਕਾ ਹੁਣ ਪ੍ਰਭੂ ਕੀ ਹੈ? ਜਾਪ ਰਿਹਾ, ਨਜ਼ਰ ਆ ਰਿਹਾ। ਬਿਨ ਸਤਿਗੁਰ ਬੂਝ ਨਾ ਪਾਏ। ਪਰ ਉਹ ਸਮਝ, ਉਹ ਜੋਤ, ਉਹ ਵਿਚਾਰ ਗੁਰੂ ਤੋਂ ਬਿਨਾ ਨਹੀਂ ਮਿਲਣੀ। ਜਿਹੜੀ ਵਿਚਾਰਧਾਰਾ ਨੇ ਰੱਬ ਜੀ ਦਾ ਮੇਲ ਦੇਣਾ, ਜਿਹੜੀ ਵਿਚਾਰਧਾਰਾ ਨੇ ਦੱਸਣਾ ਵੀ ਰੱਬ ਜੀ ਦੀ ਵਿਚਾਰ ਕੀ ਹੈ, ਉਹ ਵਿਚਾਰਧਾਰਾ ਕਿੱਥੋਂ ਮਿਲਣੀ? ਗੁਰੂ ਦੇ ਕੋਲੋਂ। ਬਿਨ ਸਤਿਗੁਰ ਬੂਝ ਨਾ ਪਾਏ, ਗੁਰੂ ਤੋਂ ਬਿਨਾ ਸਮਝ ਨਹੀਂ ਹੈ, ਨਹੀਂ ਮਿਲੇਗੀ ਸਮਝ। ਫਿਰ ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਭੇਟਿਆ ਤਿਨ ਆਏ। ਗੁਰੂ ਦਾ ਮਿਲਾਪ ਵੀ ਉਹਨਾਂ ਨੂੰ ਹੀ ਹੁੰਦਾ ਹੈ ਜਿਹੜੇ ਆਪਣੇ ਪੂਰਬਲੇ ਕਰਮ ਚੰਗੇ ਕਰ ਲੈਂਦੇ ਨੇ। ਮਤਲਬ ਕੀਤੇ ਹੋਏ ਕਰਮ ਜਿਨ੍ਹਾਂ ਦੇ ਭਲੇ ਹੋਣ, ਉਹਨਾਂ ਕੀਤੇ ਹੋਏ ਭਲੇ ਕਰਮਾਂ ਦੇ ਅਨੁਸਾਰੀ ਫਿਰ ਗੁਰੂ ਜੀ ਕਾ ਮਿਲਾਪ ਉਹ ਹੁੰਦਾ ਹੈ। ਵਿਣ ਨਾਵੇ ਸਭ ਡੁਮਣੀ, ਦੂਜੇ ਪਾਏ ਖੁਆਏ। ਤਿਸ ਬਿਨ ਘੜੀ ਨਾ ਜੀਵ ਦੀ, ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਧਲਾ, ਫਿਰ ਆਵੇ ਜਾਏ। ਨਦਰ ਕਰੇ ਪ੍ਰਭ ਆਪਣੀ, ਆਪੇ ਲਏ ਮਿਲਾਏ। ਵਿਣ ਨਾਵੈ ਸਭ ਡੁੰਮਣੀ। ਡੁੰਮਣੀ ਦੇ ਅਰਥ ਦੋ ਤਰੀਕੇ ਨਾਲ ਕੀਤੇ ਜਾ ਸਕਦੇ। ਡੁੰਮਣੀ ਦਾ ਅਰਥ ਦੁਚਿੱਤੀ, ਦੁਬਿਧਾ। ਪਰ ਡੁੰਮਣੀ ਦਾ ਅਰਥ ਗੁਰਬਾਣੀ ਅੰਦਰ ਕਬੁੱਧ ਨੂੰ ਵੀ ਆਖਿਆ ਗਿਆ ਵੀ ਉਹ ਕਬੁੱਧ ਵੀ ਡੂਮਣੀ ਹੈ। ਮਤਲਬ ਜੋ ਸਮਾਜ ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਵੈਸ਼ਨੋ ਸਾਧ ਨੂੰ ਮਿਲਦੇ ਨੇ, ਤੇ ਉਹ ਭਾਈ ਮਰਦਾਨਾ ਜੀ ਵੱਲ ਇਸ਼ਾਰਾ ਕਰਕੇ ਕਹਿੰਦਾ ਵੀ ਇਹ ਨੀਵੀਂ ਜ਼ਾਤ ਦਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਅੰਦਰ ਨੀਵਾਂ ਹੈ। ਭਾਈ ਮਰਦਾਨਾ ਤੇ ਮਨੁੱਖ ਹੀ ਹੈ, ਤੂੰ ਵੀ ਮਨੁੱਖ ਹੈ ਤੇ ਇਹ ਵੀ ਮਨੁੱਖ, ਪਰ ਤੇਰੇ ਅੰਦਰਲੀ ਡੂਮਣੀ ਮਾੜੀ ਜ਼ਾਤ ਨੂੰ ਕੀ ਕਰੇਗਾ ਜਿਹੜੀ ਭੈੜੀ ਬੁੱਧੀ ਲੈ ਕੇ ਬੈਠਾ। ਵਿਣ ਨਾਵੈ, ਨਾਮ ਤੋਂ ਬਿਨਾ। ਕਿਉਂਕਿ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ ਆ ਇਸ ਗੱਲ ਦੀ ਵੀ, ਨਾਮ ਤੋਂ ਬਿਨਾ ਦਾ ਵੀ ਜ਼ਿਕਰ ਕਰਦੇ।
ਗੁਰੂ ਸਾਹਿਬ ਕਹਿੰਦੇ ਖਸਮ ਵਿਸਾਰੇ ਤੇ ਕਮਜ਼ਾਤ। ਕਮਜ਼ਾਤ ਮਤਲਬ ਮਾੜੀ ਜਾਤ ਵਾਲੇ। ਵਿਣ ਨਾਵੇਂ ਸਭ ਡੁੰਮਣੀ। ਰੱਬ ਦੀ ਬੰਦਗੀ ਤੋਂ ਬਿਨਾਂ ਤੇ ਸਾਰੇ ਹੀ ਡੂਮ ਨੇ, ਚਾਹੇ ਕੋਈ ਹੋਵੇ। ਜੇ ਰੱਬ ਦਾ ਚਿੰਤਨ ਕੋਲੇ ਨਹੀਂ, ਜਿਨਨੇ ਸਾਨੂੰ ਉੱਚੀ ਜਾਤੀ ਦਾ ਬਣਾਉਣਾ ਹੈ, ਜਿਨਨੇ ਸਾਨੂੰ ਉੱਚ ਜਾਤੀ ਦਾ ਬਣਾਉਣਾ, ਜੇ ਸਾਡੇ ਕੋਲ ਉਹ ਬੰਦਗੀ ਨਹੀਂ ਹੈ ਤੇ ਫਿਰ ਸਤਿਗੁਰੂ ਜੀ ਪਤਾ ਕੀ ਕਹਿੰਦੇ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ। ਤੂੰ ਤੇ ਮਨੁੱਖ ਖਵਾਉਣ ਦਾ ਹੱਕਦਾਰ ਹੀ ਨਹੀਂ ਹੈ, ਤੇਰੇ ਨਾਲੋਂ ਚੰਗਾ ਤੇ ਪਸ਼ੂ ਹੈ ਜਿਹੜਾ ਸੁੱਕੀ ਘਾਹ ਖਾ ਕੇ, ਪਰਾਲੀ ਖਾ ਖਾ ਕੇ ਵੀ ਅੰਮ੍ਰਿਤ ਦੇਈ ਜਾਂਦਾ, ਤੇ ਤੂੰ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਕੁਝ ਨਹੀਂ ਕਰ ਸਕਿਆ। ਵਿਣ ਨਾਵੇਂ ਸਭ, ਕਿਉਂਕਿ ਇੱਕ ਨਾਮ ਹੈ ਜਿਹੜਾ ਸਾਨੂੰ ਸਾਰੇ ਜੀਵਾਂ ਤੋਂ ਵੱਖਰਿਆਂ ਕਰਦਾ। ਰੱਬ ਦੀ ਬੰਦਗੀ ਹੈ ਜਿਹੜੀ ਸਾਨੂੰ ਮਨੁੱਖ ਹੋਣ ਦਾ ਮਨੁੱਖ ਸਾਬਤ ਕਰਦੀ ਹੈ। ਤੇ ਜੇ ਸਾਡੇ ਕੋਲ ਰੱਬ ਜੀ ਦੀ ਬੰਦਗੀ ਨਹੀਂ ਤੇ ਮਾਲਕ ਜੀ ਨੂੰ ਪੁੱਛ ਕੇ ਵੇਖੋ, ਤੇ ਸਤਿਗੁਰੂ ਜੀ ਬਾਣੀ 'ਚ ਪ੍ਰੋੜਤਾ ਕਰਦਿਆਂ ਦੱਸਦੇ ਨੇ ਕਿ ਭਾਈ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਨਹੀਂ, ਰੱਬ ਜੀ ਦਾ ਸਿਮਰਨ ਨਹੀਂ, ਰੱਬ ਜੀ ਦਾ ਚਿੰਤਨ ਨਹੀਂ, ਉਹਨਾਂ ਦਾ ਜੀਵਨ ਕੂਕਰਾ ਸੂਕਰਾ ਗਰਦਬਾਹ ਸਰਪਣਾ ਨਾਨਕਾ ਤੁਲ ਖਲਾਹ। ਉਹਨਾਂ ਦਾ ਜੀਵਨ ਤੇ ਇਹਨਾਂ ਵਰਗਾ, ਕੂਕਰ ਵਰਗਾ, ਸੂਕਰ ਵਰਗਾ, ਗਰਦਬ ਵਰਗਾ, ਸੱਪ ਵਰਗਾ, ਖੋਤੇ ਵਰਗਾ, ਇਦਾਂ ਦਾ ਜੀਵਨ ਹੈ। ਰੱਬ ਜੀ ਦੀ ਬੰਦਗੀ ਨੇ ਹੀ ਸਾਨੂੰ ਸਾਰਿਆਂ ਤੋਂ ਵੱਖਰਿਆਂ ਕੀਤਾ ਤੇ ਸਾਨੂੰ ਮਨੁੱਖ ਦੱਸਿਆ ਰੱਬ ਜੀ ਦੀ ਬੰਦਗੀ ਨੇ। ਤੇ ਜੇ ਸਾਡੇ ਕੋਲ ਉਹੀ ਨਹੀਂ ਤੇ ਫਿਰ ਅਸੀਂ ਮਨੁੱਖ ਵੀ ਨਹੀਂ, ਫਿਰ ਤੇ ਸਿਰਫ ਕਰਤੂਤ ਪਸ਼ੂ ਕੀ ਮਾਨਸ ਜਾਤ। ਲੋਕਾਂ ਦੇ ਵੇਖਣ ਨੂੰ ਅਸੀਂ ਮਨੁੱਖ ਹਾਂ, ਪਰ ਸਾਡੇ ਕੰਮ ਮਨੁੱਖਾਂ ਵਾਲੇ ਨਹੀਂ। ਤੇ ਮਨੁੱਖਾਂ ਵਾਲਾ ਕੰਮ ਜਦੋਂ ਤੱਕ ਨਹੀਂ ਕਰਦੇ ਉਹਨਾਂ ਚਿਰ ਅਸੀਂ ਮਨੁੱਖ ਕਿਵੇਂ ਅਖਵਾ ਲਾਂਗੇ। ਮਨੁੱਖ ਤੇ ਉਦੋਂ ਹੀ ਆ ਨਾ ਜਦੋਂ ਮਨੁੱਖਾਂ ਵਾਲਾ ਕੰਮ ਕਰਾਂਗੇ, ਨਹੀਂ ਤੇ ਜਿਹੜੇ ਕੰਮ ਅਸੀਂ ਕਰਦੇ ਆ ਪਸ਼ੂ ਵੀ ਕਰੀ ਜਾਂਦੇ ਨੇ। ਆਪਣਾ ਪੇਟ ਭਰਨਾ, ਆਪਣਾ ਘਰ ਬਣਾਉਣਾ, ਆਪਣੇ ਬੱਚਿਆਂ ਨੂੰ ਜਨਮ ਦੇਣਾ, ਆਪਣੇ ਬੱਚਿਆਂ ਦੇ ਮੁੱਖ ਵਿੱਚ ਲਿਆ ਦਾਣੇ ਪਾਉਣੇ, ਇਹ ਤੇ ਪਸ਼ੂ ਵੀ ਕਰੀ ਜਾਂਦੇ। ਸ਼ਿਕਾਰੀ ਜਾਨਵਰ ਲਿਆ ਕੇ ਸ਼ਿਕਾਰ ਬੱਚਿਆਂ ਅੱਗੇ ਰੱਖ ਦਿੰਦਾ ਹੈ। ਚੋਗਾ ਚੁਗਣ ਵਾਲੇ ਪੰਛੀ ਲਿਆ ਕੇ ਚੋਗਾ ਉਹਨਾਂ ਦੇ ਮੂੰਹ 'ਚ ਪਾਈ ਜਾਂਦੇ ਨੇ। ਅਸੀਂ ਕੀ ਕਰਦੇ ਹਾਂ, ਬਾਹਰੋਂ ਕਮਾ ਕੇ ਲਿਆ ਕੇ ਸਾਰਾ ਕੁਝ ਬੱਚਿਆਂ ਅੱਗੇ ਰੱਖਤਾ। ਗੁਫਾ 'ਚ ਰਹਿਣ ਵਾਲੇ ਜਾਨਵਰ ਨੇ ਗੁਫਾ ਬਣਾ ਲਈ, ਆਲਣੇ 'ਚ ਰਹਿਣ ਵਾਲੇ ਪੰਛੀ ਨੇ ਆਲਣਾ ਬਣਾ ਲਿਆ, ਘਰ 'ਚ ਰਹਿਣ ਵਾਲੇ ਜਾਨਵਰ ਨੇ ਘਰ ਬਣਾ ਲਿਆ। ਮੈਂ ਲਫ਼ਜ਼ ਜਾਨਵਰ ਵਰਤ ਰਿਹਾ ਕਿਉਂਕਿ ਕਰਤੂਤ ਤੇ ਪਸ਼ੂਆਂ ਵਾਲੀ ਹੈ। ਅਸੀਂ ਘਰ ਵਿੱਚ ਰਹਿਣਾ ਤੇ ਅਸੀਂ ਘਰ ਬਣਾ ਲਿਆ। ਉਹਨਾਂ ਨੇ ਵੀ ਔਲਾਦ ਨੂੰ ਜਨਮ ਦੇ ਲਿਆ, ਅਸੀਂ ਵੀ ਦੇ ਲਿਆ। ਉਹ ਵੀ ਆਪਣੀ ਔਲਾਦ ਦੀ ਪਰਵਰਿਸ਼ ਕਰੀ ਜਾਂਦੇ, ਅਸੀਂ ਵੀ ਕਰੀ ਜਾਂਦੇ ਆ। ਫਰਕ ਕੀ ਹੋਇਆ? ਫਰਕ ਤੇ ਕੋਈ ਨਹੀਂ ਨਾ ਹੋਇਆ। ਉਹਨਾਂ ਨੂੰ ਗੁਰੂ ਨੇ ਇਹ ਨਹੀਂ ਕਿਹਾ ਵੀ ਤੂੰ ਕੁੱਤਾ ਤੇ ਕੁੱਤਾ ਬਣ ਕੇ ਰਹਿ, ਮਨੁੱਖ ਨੂੰ ਕਹਿਣਾ ਪਿਆ ਤੂੰ ਮਨੁੱਖ ਬਣ ਕੇ ਰਹਿ। ਇਹਦਾ ਮਤਲਬ ਅਸੀਂ ਉਹਨਾਂ ਤੋਂ ਵੀ ਬੱਤਰ ਆ। ਸਾਨੂੰ ਕਹਿਣਾ ਪਿਆ ਵੀ ਤੁਸੀਂ ਜਿਹੜੇ ਕੰਮ ਜਿਹੜੇ ਸਰੀਰ ਵਿੱਚ ਹੋ ਤੁਹਾਨੂੰ ਉਹ ਵੀ ਬਣਨਾ ਨਹੀਂ ਆਇਆ। ਤੇ ਗੁਰੂ ਸਾਹਿਬ ਜੀ ਨੇ ਅੱਜ ਆਖਿਆ, ਕਹਿੰਦੇ ਬਿਨ ਨਾਵੇਂ ਸਭ ਡੁੰਮਣੀ। ਨਾਮ ਤੋਂ ਬਿਨਾ ਕੀ ਹੈ? ਡੁੰਮਣੀ। ਹੁਣ ਇੱਥੇ ਜਿੱਥੇ ਆ ਅਰਥ ਕੀਤੇ ਨਾਲ ਡੁੰਮਣੀ ਮਤਲਬ ਦੁਚਿੱਤੀ। ਨਾਮ ਤੋਂ ਬਿਨਾ ਤੇ ਅਸੀਂ ਦੁਬਦਾ ਵਿੱਚ ਹਾਂ ਤੇ ਦੂਜੇ ਪਾਏ ਖੁਆਏ, ਤੇ ਦੂਜੇ ਪ੍ਰੇਮ ਵਿੱਚ ਫਸੇ ਹੋਏ ਅਸੀਂ ਖੁਆਰ ਹੁੰਨੇ ਆ, ਠੋਕਰਾਂ ਖਾਨੇ, ਭਟਕਦੇ ਆ, ਭਰਮਦੇ ਆ। ਤਿਸ ਬਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਵੇ ਹਾਏ। ਉਹਦੇ ਤੋਂ ਬਿਨਾ ਤੇ ਇੱਕ ਘੜੀ ਦਾ ਵੀ ਜੀਵਨ ਨਹੀਂ ਹੈ ਤੇ ਦੁਖੀ ਰਹਿਣ। ਜ਼ਿੰਦਗੀ ਰੂਪ ਸਾਰੀ ਰਾਤ ਹੀ ਦੁੱਖਾਂ ਵਿੱਚ ਲੰਘਣੀ, ਸਾਰੀ ਜ਼ਿੰਦਗੀ ਹੀ ਦੁੱਖਾਂ ਵਿੱਚ ਲੰਘਣੀ। ਭਰਮ ਭੁਲਾਣਾ ਅੰਧੁਲਾ, ਜਿਹੜਾ ਭਰਮ ਵਿੱਚ ਫਸਿਆ ਹੋਇਆ, ਭੁੱਲਿਆ ਹੋਇਆ, ਅੰਨਾ ਹੋਇਆ ਬੈਠਾ, ਫਿਰ ਆਵੇ ਜਾਏ। ਉਹ ਫਿਰ ਆਉਂਦਾ ਤੇ ਜਾਂਦਾ ਹੈ। ਨਦਰ ਕਰੇ ਪ੍ਰਭ ਆਪਣੀ। ਜਿੱਥੇ ਆ ਜਾਏ ਨਾ ਉੱਥੇ ਸਾਰਾ ਕੁਝ ਹੀ ਬਖਸ਼ ਦਿੱਤਾ ਜਾਂਦਾ।
ਨਦਰ ਕਰੇ ਪ੍ਰਭ ਆਪਣੀ, ਜਿੱਥੇ ਰੱਬ ਜੀ ਆਪ ਮਿਹਰ ਦੀ ਨਿਗਾਹ ਵਰਤਾ ਦੇਣ, ਆਪੇ ਲਏ ਮਿਲਾਏ, ਫਿਰ ਉਹ ਆਪੇ ਸੋਝੀ ਵੀ ਬਖਸ਼ ਦਿੰਦਾ, ਆਪੇ ਗਿਆਨ ਵੀ ਦੇ ਦਿੰਦਾ, ਆਪੇ ਵਿਚਾਰਧਾਰਾ ਵੀ, ਸਾਰਾ ਕੁਝ ਫਿਰ ਆਪ ਹੀ ਕਿਰਪਾ ਕਰਕੇ ਉਹ ਆਪਣਾ ਮਿਲਾਪ ਵੀ ਬਖਸ਼ ਦਿੰਦੇ ਹਨ। ਸਭ ਕਿਛ ਸੁਣਦਾ ਵੇਖਦਾ, ਕਿਉ ਮੁਕਰ ਪਿਆ ਜਾਏ, ਪਾਪੋ ਪਾਪ ਕਮਾਵਦੇ, ਪਾਪੇ ਪਚਹਿ ਪਚਾਏ, ਸੋ ਪ੍ਰਭ ਨਦਰ ਨ ਆਵਈ, ਮਨ ਮੁਖ ਬੂਝ ਨਾ ਪਾਏ, ਜਿਸ ਵੇਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਸ਼ਬਦ ਦੇ ਅਖੀਰੀ ਪਦੇ ਵਿੱਚ ਆ ਕੇ ਸਾਹਿਬ ਜੀ ਆਖਦੇ, ਸਭ ਕਿਛ ਸੁਣਦਾ ਵੇਖਦਾ, ਸਾਰਾ ਕੁਝ ਉਹ ਸੁਣ ਵੀ ਰਿਹਾ ਤੇ ਵੇਖ ਵੀ ਰਿਹਾ, ਕਿਉਂ ਮੁੱਕਰ ਪਿਆ ਜਾਏ। ਅਸੀਂ ਕਦੇ ਇਨਕਾਰੀ ਨਹੀਂ ਹੋ ਸਕਦੇ ਕਿ ਮੈਂ ਨਹੀਂ ਬੋਲਿਆ ਜਾਂ ਨਹੀਂ ਕੀਤਾ ਜਾਂ ਨਹੀਂ ਵੇਖਿਆ ਕੁਝ ਵੀ, ਕਿਉਂਕਿ ਉਹ ਸਾਰਾ ਕੁਝ ਸੁਣ ਤੇ ਵੇਖ ਰਿਹਾ। ਮਨੁੱਖ ਦੇ ਸਾਹਮਣੇ ਮੁੱਕਰ ਸਕਦਾ ਹੈ ਕਿ ਮੈਂ ਆਹ ਕੰਮ ਨਹੀਂ ਕੀਤਾ। ਮਨੁੱਖ ਰੱਬ ਸਾਹਮਣੇ ਨਹੀਂ ਮੁੱਕਰ ਸਕਦਾ ਵੀ ਮੈਂ ਇਹ ਕੰਮ ਨਹੀਂ ਕੀਤਾ, ਕਿਉਂਕਿ ਉਹ ਇਕੱਲਾ ਵੇਖਦਾ ਹੀ ਨਹੀਂ ਹੈ, ਉਹ ਸਾਰਾ ਕੁਝ ਰਿਕਾਰਡ ਵੀ ਕਰ ਰਿਹਾ। ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਨਾ, ਤੇ ਸਾਡੀਆਂ ਅੱਖਾਂ 'ਚ ਘੱਟਾ ਪਾਉਣ ਵਾਲੇ ਕਈ ਆ ਜਾਣਗੇ, ਪਰ ਜੇ ਰਿਕਾਰਡ ਕਰਕੇ ਰੱਖ ਲਈਏ ਫਿਰ ਅਸੀਂ ਪਤਾ ਕੀ ਕਹਿੰਦੇ, ਸਾਡੇ ਕੋਲ ਸਬੂਤ ਹੈ, ਅੱਖਾਂ 'ਚ ਘੱਟਾ ਨਹੀਂ ਪਾ ਸਕਦੇ। ਬਸ ਰੱਬ ਜੀ ਕੋਲ ਸਾਡੇ ਕੀਤੇ ਹਰ ਕੰਮ ਦਾ ਸਬੂਤ ਹੀ ਹੈ। ਜਿੱਥੇ ਅਸੀਂ ਮੁੱਕਰਾਂਗੇ ਨਾ, ਰੱਬ ਜੀ ਉੱਥੇ ਹੀ ਸਾਹਮਣੇ ਰੱਖ ਦਿੰਦੇ ਵੀ ਲੈ ਆਹ ਤੇਰਾ ਕੀਤਾ ਕੰਮ ਹੈ। ਜਿਹਨੂੰ ਬਾਬਾ ਰਵਿਦਾਸ ਜੀ ਕਹਿੰਦੇ, ਕਹੋ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਉਹਨੇ ਬਕਾਇਦਾ ਦਿਖਾਇਆ, ਕੱਲਾ ਦੱਸਿਆ ਨਹੀਂ, ਦਿਖਾਇਆ। ਮੈਂ ਜੋ ਜੋ ਕੀਤਾ ਮੇਰੇ ਸਾਹਮਣੇ ਸਾਰਾ ਕੁਝ ਰੱਖਤਾ ਵੀ ਆ ਤੇਰੇ ਕੀਤੇ ਕੰਮ ਨੇ। ਸਭ ਕੁਛ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਮਾਲਕ ਜੀ ਕਹਿੰਦੇ ਕਿਵੇਂ ਮੁਨਕਰ ਹੋ ਸਕਦੇ ਆ। ਪਾਪੋ ਪਾਪ ਕਮਾਉਂਦੇ, ਪਾਪੇ ਪਚਹਿ ਪਚਾਏ। ਪਾਪ ਕਮਾਉਂਦੇ ਹੋਏ ਪਾਪ ਦੇ ਵਿੱਚ ਹੀ ਗਲ ਸੜ ਗਏ, ਪਾਪ ਵਿੱਚ ਹੀ ਮਰ ਗਏ। ਸੋ ਪ੍ਰਭ ਨਦਰ ਨਾ ਆਵੇ। ਪਾਪੀ ਹੋਣ ਕਰਕੇ ਉਹ ਰੱਬ ਜੀ ਨਜ਼ਰ ਨਹੀਂ ਆਏ। ਮਨ ਮੁਖ ਬੂਝ ਨਾ ਪਾਏ। ਮਨ ਪਿੱਛੇ ਲੱਗਣ ਕਰਕੇ ਸਾਰਾ ਕਾਰਜ ਵਿਗੜ ਗਿਆ ਤੇ ਕੁਛ ਵੀ ਸਮਝ ਨਹੀਂ ਆਈ। ਜਿਸ ਵੇਖਾਲੇ ਸੋਈ ਵੇਖੈ। ਜਿਹਨੂੰ ਉਹ ਵਿਖਾਵੇ ਨਾ ਫਿਰ ਉਹ ਵੇਖਦਾ ਹੈ। ਨਾਨਕ ਗੁਰਮੁਖ ਪਾਏ। ਪਰ ਹੇ ਨਾਨਕ ਜੀ, ਜੇ ਗੁਰੂ ਦੇ ਰਾਹੀਂ ਉਹ ਪਰਮੇਸ਼ਵਰ ਜੀ ਦਾ ਮਿਲਾਪ ਹੋਵੇ, ਰੱਬ ਜੀ ਦਾ ਮੇਲ ਹੋਵੇ, ਫਿਰ ਕਿਤੇ ਜਾ ਕੇ ਜੀਵ ਗੁਰੂ ਕੇ ਮਿਲਾਪ ਤੇ ਰੱਬ ਜੀ ਕੇ ਮੇਲ ਨੂੰ ਹਾਸਲ ਕਰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਜੋ ਅੱਜ ਦੇ ਇਸ ਪਾਵਨ ਬਚਨਾਂ ਦੇ ਰਾਹੀਂ ਉਪਦੇਸ਼ ਸਾਡੇ ਮਨਾਂ ਨੂੰ ਸੁਥਰਿਆਂ ਕਰਨ ਲਈ ਸਤਿਗੁਰੂ ਦੇ ਰਹੇ, ਕਿਤੇ ਅਸੀਂ ਵੀ ਆਪਣੇ ਮਨਾਂ ਨੂੰ ਸੁਥਰਿਆਂ ਕਰ ਲਈਏ ਤੇ ਸਾਹਿਬ ਅੱਗੇ ਸਾਨੂੰ ਅਰਜ਼ੋਈ ਕਰਨ ਦੀ ਜਾਚ ਆ ਜਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ।
ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਸਾਹਿਬ ਆਪਣਾ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਸੋ ਪ੍ਰਭ ਨਦਰ ਨਾ ਆਵਈ, ਮਨ ਮੁਖ ਬੂਝ ਨਾ ਪਾਏ। ਜਿਸ ਵੇਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।